नमस्कार दोस्तों, मैं ਤੁਹਾਡਾ ਆਪਣਾ ਵਰੁਣ +2 ਇਕਨੋਮਿਕਸ ਇੰਡੀਅਨ ਇਕੋਨਮੀ ਦੇ ਵਿੱਚ ਇੱਕ ਨਵਾਂ ਚੈਪਟਰ ਲੈ ਕੇ ਫਿਰ ਤੁਹਾਡੇ ਸਾਹਮਣੇ ਮੈਂ ਪੇਸ਼ ਹਾਂ। ਅੱਜ ਅਸੀਂ ਜੀ ਕਰਨਾ ਬੱਚੇ 5 ਈਅਰ ਪਲਾਨਸ ਇਨ ਇੰਡੀਆ, ਉਸਦੇ ਗੋਲਸ ਐਂਡ ਉਸਦੇ ਅਚੀਵਮੈਂਟ ਬਾਰੇ ਅਸੀਂ ਚਰਚਾ ਕਰਨੀ ਹੈ, ਗੱਲ ਕਰਨੀ ਹੈ। ਤਾਂ ਬੱਚੇ ਵਾਟ ਇਜ਼ ਇਕਨੋਮਿਕ ਪਲੈਨਿੰਗ, ਆਪਣੇ ਕੋਲ ਕੁਐਸਚਨ ਹੈ। ਦੇਖੋ ਬੱਚੇ, ਅਸੀਂ ਲਾਸਟ ਵਾਲਾ ਚੈਪਟਰ ਸਟੱਡੀ ਕਰਕੇ ਹਟੇ ਹਾਂ, ਠੀਕ ਹੈ। ਇੰਡੀਪੈਂਡੈਂਸ ਦੇ ਟਾਈਮ ਦੇ ਵਿੱਚ ਸਾਡੇ ਨਾਲ ਕੀ ਹਾਲਾਤ ਸੀਗੇ। ਇੰਡੀਪੈਂਡੈਂਸ ਤੋਂ ਬਾਅਦ ਸਾਡੀ ਇਕੋਨਮੀ ਬੜੀ ਸਟੈਗਨੈਂਟ ਸੀ, ਟਾਰਡੀ ਸੀ, ਬਹੁਤ ਹੀ ਜ਼ਿਆਦਾ ਸਲੋ ਇਕੋਨਮੀ ਸੀ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਲੰਕਿਤ ਇਕੋਨਮੀ ਕਹਿ ਦਿੰਦੇ ਹਾਂ, ਠੀਕ ਹੈ। ਤਾਂ ਇਸ ਤਰ੍ਹਾਂ ਦੀ ਜਿਹੜੀ ਬੱਚੇ ਇਕੋਨਮੀ ਹੈ ਉਸ ਨੂੰ ਬੂਸਟ ਕਰਨ ਦੇ ਲਈ ਕੁਛ ਨਾ ਕੁਛ ਫਾਸਟਰ ਜਾਂ ਕੁਛ ਸਪੈਸ਼ਲ ਤੜਕਾ ਚਾਹੀਦਾ ਸੀਗਾ। ਤਾਂ ਉਹ ਸਪੈਸ਼ਲ ਪਲੈਨਸ ਕ੍ਰੀਏਟ ਕੀਤੇ ਗਏ, ਜਿਸ ਨੂੰ ਪਲੈਨਿੰਗ ਕਮਿਸ਼ਨ, ਜਿਹਦਾ ਅੱਜ ਫਰਵਰੀ 2015 ਦੇ ਵਿੱਚ ਨਾਮ ਬਦਲ ਕੇ ਬੇਟਾ ਜੀ ਨੀਤੀ ਆਯੋਗ ਰੱਖ ਦਿੱਤਾ ਗਿਆ, ਜਿਹਦਾ ਨਾਮ, ਔਰ 13 ਪਲਾਨ 2017 ਦੇ ਵਿੱਚ ਸਟਾਰਟ ਹੋਇਆ, ਜਿਹਨੂੰ ਅਸੀਂ ਡਿਫੈਂਸ ਪਲਾਨ ਹੀ ਕਹਿ ਰਹੇ ਹਾਂ, ਠੀਕ ਹੈ। ਡਿਫੈਂਸ 'ਤੇ ਜ਼ਿਆਦਾ ਫੋਕਸਡ ਹੈ ਉਹ ਪਲਾਨ। ਆਈ ਥਿੰਕ ਰਾਫੇਲ ਵਗੈਰਾ ਅਸੀਂ ਉਹੀ ਪਲਾਨ ਦੇ ਰਿਗਾਰਡਿੰਗ ਖਰੀਦੇ ਹੋਣਗੇ। ਆਪਾਂ ਕਰਾਂਗੇ ਇਕੱਲੇ ਪਲਾਨਸ ਦੇ ਵਿੱਚ ਕਿਸ ਗੱਲ ਦੇ ਉੱਤੇ ਜ਼ਿਆਦਾ ਐਮਫੈਸਿਸ ਰੱਖਿਆ ਗਿਆ, ਜ਼ੋਰ ਪਾਇਆ ਗਿਆ ਕਿਸ ਪੁਆਇੰਟ 'ਤੇ ਜ਼ਿਆਦਾ। ਓਕੇ ਸਰ, ਇਕਨੋਮਿਕ ਪਲੈਨਿੰਗ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਸਪੈਸ਼ਲ ਸਿਸਟਮੈਟਾਈਜ਼ਡ ਐਗਰੀਗੇਟ ਹੋ ਕੇ ਕੁਛ ਐਕਟੀਵਿਟੀ ਨੂੰ ਕਰਨਾ, ਤਾਂ ਕਿ ਇਕੋਨਮੀ ਜੋ ਮੰਦੇ ਦੇ ਵਿੱਚ ਆਪਣੀ ਇੰਡੀਆ ਦੀ ਬੈਠੀ ਸੀ ਉਸ ਨੂੰ ਬੂਸਟ ਕੀਤਾ ਜਾ ਸਕੇ, ਉਸ ਨੂੰ ਠੀਕ ਕੀਤਾ ਜਾ ਸਕੇ। ਯੈਸ, ਤਾਂ ਇਕਨੋਮਿਕ ਪਲੈਨਿੰਗ ਇੱਕ ਸਪੈਸ਼ਲ ਐਸੀ ਸੈਂਟਰਲ ਅਥਾਰਟੀ ਦਾ ਸਿਸਟਮ ਸੀ ਕਿ ਇੰਡੀਆ ਜੋ ਕਿ ਬਹੁਤ ਪਿਛੜਾ ਹੋਇਆ ਹੋ ਚੁੱਕਿਆ ਸੀ, ਸਾਡਾ ਮੇਨਲੀ ਪ੍ਰਿੰਸੀਪਲ ਫੋਕਸ ਪਲੈਨਿੰਗ ਦੇ ਵਿੱਚ ਇਹੀ ਸੀ ਕਿ ਅਸੀਂ ਇਸ ਕਲੰਕ ਨੂੰ, ਇਸ ਸਮੰਦੀ ਨੂੰ, ਇਸ ਇਕੋਨਮੀ ਨੂੰ ਕਿਸ ਤਰ੍ਹਾਂ ਬੂਸਟ ਕਰੀਏ, ਕਿਉਂਕਿ ਇਸ ਇਕੋਨਮੀ ਨੂੰ ਬਿਗ ਪੁਸ਼ ਚਾਹੀਦਾ ਸੀਗਾ। ਇਹ ਆਪਣੇ ਆਪ ਮਾਰਕੀਟ ਦੀ ਡਿਮਾਂਡ ਐਂਡ ਸਪਲਾਈ ਦੀ ਪਾਵਰਸ ਇਸ ਨੂੰ ਠੀਕ ਨਹੀਂ ਕਰ ਸਕਦੀਆਂ ਸੀ। ਜੇ ਅਸੀਂ ਇਹਨੂੰ ਛੱਡ ਦਿੰਦੇ ਇੱਦਾਂ ਹੀ ਕਿ ਹਾਂਜੀ ਆਪਣੇ ਆਪ ਸਭ ਕੁਝ ਠੀਕ ਹੋ ਜਾਊਗਾ, ਦੈਨ ਅਸੀਂ ਬਹੁਤ ਬੜੀ ਗਲਤੀ ਕਰ ਦਿੰਦੇ। ਤਾਂ ਅਸੀਂ ਇੰਡੀਆ ਦੇ ਵਿੱਚ ਪਲੈਨਿੰਗ ਕਮਿਸ਼ਨ ਬਣਾਇਆ ਗਿਆ ਆਜ਼ਾਦੀ ਤੋਂ ਬਾਅਦ। ਉਸਨੇ ਕੁਝ ਟਾਰਗੇਟ ਸੈੱਟ ਕੀਤੇ, ਕੁਝ ਸਪੈਸੀਫਿਕ ਗੋਲਸ ਸੈੱਟ ਕੀਤੇ, ਜਿਸ ਦੇ ਸੈੱਟ ਹੋਣ ਤੋਂ ਬਾਅਦ ਅਸੀਂ ਡਿਸਾਈਡ ਕੀਤਾ ਕਿ ਇੰਨੇ ਸਾਲ ਦੇ ਵਿੱਚ 5 ਈਅਰ ਪਲਾਨ ਵੀ ਅਸੀਂ ਇਸ ਆਬਜੈਕਟ ਨੂੰ, ਉਸ ਟਾਰਗੇਟ ਨੂੰ ਅਚੀਵ ਕਰ ਲੈਣਾ, ਜਿਸ ਦੇ ਵਿੱਚ ਗਰੀਬੀ ਹਟਾਉਣਾ, ਸੈਲਫ ਸਫੀਸ਼ੀਐਂਸੀ, ਫੂਡ ਗ੍ਰੇਨ ਜ਼ਿਆਦਾ ਦੀ ਪੈਦਾਵਾਰ ਕਰਨਾ, ਬੇਰੁਜ਼ਗਾਰੀ ਨੂੰ ਰਿਮੂਵ ਕਰਨਾ, ਗਰੀਬੀ ਨੂੰ। ਆਪਾਂ ਇਕੱਲੇ ਪਲਾਨ ਦੇ ਕੀ ਟਾਰਗੇਟ ਸੀ ਉਹ ਸਭ ਚੀਜ਼ਾਂ ਪੜਾਂਗੇ। ਤਾਂ ਕੁੱਲ ਮਿਲਾ ਕੇ ਪਲੈਨਿੰਗ ਬਾਰੇ ਤਾਂ ਸਭ ਨੂੰ ਪਤਾ ਹੈ, ਕਿਉਂਕਿ ਸਭ ਨੇ ਬੱਚਿਆਂ ਨੇ ਬਿਜ਼ਨਸ ਸਟੱਡੀ ਪੜ੍ਹਿਆ ਹੈ ਅੱਛੇ ਤਰੀਕੇ ਨਾਲ। ਤਾਂ ਬੱਚੇ ਇਕਨੋਮਿਕ ਪਲੈਨਿੰਗ ਮੀਨਸ ਦੇਸ਼ ਦੇ ਜਿਹੜੇ ਰਿਸੋਰਸਿਸ ਨੇ, ਸੰਸਾਧਨ ਨੇ, ਚੀਜ਼ਾਂ ਨੇ, ਦੇਸ਼ ਦਾ ਧਨ ਹੈ, ਦੌਲਤ ਹੈ, ਲੇਬਰ ਹੈ, ਉਹਨੂੰ ਇੱਕ ਅੱਛੇ ਤਰੀਕੇ ਨਾਲ ਪਲੈਨਡ ਵੇ ਦੇ ਵਿੱਚ ਡਿਵੈਲਪਮੈਂਟ ਐਕਟੀਵਿਟੀਜ਼ ਦੇ ਵਿੱਚ ਇਸ ਤਰ੍ਹਾਂ ਲਗਾਉਣਾ ਕਿ ਰਾਸ਼ਟਰ ਦਾ ਹਿੱਤ ਸਭ ਤੋਂ ਪਹਿਲੇ ਨੰਬਰ 'ਤੇ ਆ ਜਾਏ। ਨੈਸ਼ਨਲ ਪ੍ਰੀਓਰਿਟੀਜ਼ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਸਕਾਰਸ ਰਿਸੋਰਸਿਸ ਨੂੰ ਬੈਸਟ ਟੂ ਬੈਸਟ ਯੂਟੀਲਾਈਜ਼ ਕਰਨਾ ਚਾਹੁੰਦੇ ਸੀਗੇ ਔਰ ਫਾਸਟਰ ਵੇ ਨਾਲ ਕਰਨਾ ਚਾਹੁੰਦੇ ਸੀਗੇ। ਤਾਂ ਅਸੀਂ ਪਲਾਨਸ ਕ੍ਰੀਏਟ ਕੀਤੇ, ਔਰ ਇਹਨੂੰ ਹੀ ਅਸੀਂ ਇਕਨੋਮਿਕ ਪਲੈਨਿੰਗ ਕਹਿੰਦੇ ਹਾਂ। ਮੀਨਸ ਦਾ ਮਤਲਬ ਹੁੰਦਾ ਸਾਧਨ, ਸੰਸਾਧਨ, ਦੇਸ਼ ਦੇ ਸਰੋਤ, ਸੋਮੇ। ਓਕੇ, ਤਾਂ ਬੱਚੇ ਕਮਿਸ਼ਨ ਇੰਡੀਆ ਦੇ ਵਿੱਚ ਬੱਚੇ ਇਹ ਜਿਹੜਾ ਇਕਨੋਮਿਕ ਪਲੈਨਿੰਗ ਦਾ ਆਈਡੀਆ ਹੈ ਉਹ 1950 ਦੇ ਵਿੱਚ ਬੱਚੇ ਚੇਅਰਮੈਨ ਪ੍ਰੋਫੈਸਰ ਆਪਣੇ ਕੋਲ ਬੱਚੇ ਦੇਖੋ ਬੱਚੇ ਹੁਣ, ਠੀਕ ਹੈ, ਜਿਵੇਂ ਵੀ ਤੁਹਾਡੇ ਨਾਮ ਬੋਲਣੇ ਦਾ, ਠੀਕ ਹੈ, ਆਪਣੇ ਨੋਬਿਸ ਸਾਹਿਬ ਆਪਣੇ, ਠੀਕ ਹੈ, ਜੋ ਵੀ ਨੇ, ਇਹਨਾਂ ਨੇ ਪਲੈਨਿੰਗ ਕਮਿਸ਼ਨ। ਤਾਂ ਦੇਖੋ ਹਰ ਬੰਦੇ ਦੀ ਪ੍ਰੋਨਾਂਸੀਏਸ਼ਨ ਆਪਣੇ ਹਿਸਾਬ ਨਾਲ ਹੁੰਦੀ ਹੈ, ਠੀਕ ਹੈ। ਮੈਂ ਨਹੀਂ ਚਾਹੁੰਦਾ ਵੀ, ਠੀਕ ਹੈ, ਹੁਣ ਜੋ ਵੀ ਇਹਦਾ ਨਾਮ ਹੈ, ਠੀਕ ਹੈ, ਜ਼ਿਆਦਾ ਹੱਸਣਾ ਨਹੀਂ ਹੈਗਾ। ਆਪਣੇ ਨੋਬਿਸ ਜੀ, ਮਹਾਨੋਬਿਸ ਜੋ ਵੀ ਨੇ, ਇਹਨਾਂ ਨੇ ਬੱਚੇ ਇਹਨਾਂ ਦੀ ਚੇਅਰਮੈਨਸ਼ਿਪ ਦੇ ਵਿੱਚ ਪਲੈਨਿੰਗ ਕਮਿਸ਼ਨ ਬਣਿਆ, ਠੀਕ ਹੈ। ਔਰ ਅੱਜ ਪਲੈਨਿੰਗ ਕਮਿਸ਼ਨ ਜਿਹੜਾ ਹੈਗਾ ਉਹ ਖਤਮ ਹੋ ਚੁੱਕਿਆ, ਜਿਹਦਾ ਨਾਮ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ। ਫਰਵਰੀ 2015 ਵਿੱਚ ਇਸ ਦਾ ਨਾਮ ਨੀਤੀ ਆਯੋਗ ਬਣ ਚੁੱਕਿਆ। ਕਈ ਵਾਰ ਲੋਕ ਆਪਣਾ ਨਾਮ ਹੀ ਬੜਾ ਅਜੀਬ ਰੱਖ ਲੈਂਦੇ ਨੇ, ਠੀਕ ਹੈ। ਇਹਨਾਂ ਦਾ ਬੱਚੇ ਮੇਨ ਪਰਪਸ ਇਹ ਸੀ ਕਿ GDP ਨੂੰ ਫਾਸਟ ਕਰ ਦੇਣਾ, GDP ਨੂੰ ਐਕਸਲਰੇਟ ਕਰ ਦੇਣਾ, ਗਰੋਥ ਨੂੰ, ਫਾਸਟਰ ਗਰੋਥ, ਠੀਕ ਹੈ। ਤਾਂ ਬੱਚੇ ਅਸੀਂ
ਜੇ ਸੋਚੀਏ ਵੀ ਇੰਡੀਆ ਦੇ ਵਿੱਚ ਪਲੈਨਿੰਗ ਦੀ ਜ਼ਰੂਰਤ ਕੀ ਸੀ, ਤਾਂ ਇਹ ਕੁਐਸਚਨ ਤਾਂ ਤੁਹਾਡੇ ਦਿਮਾਗ 'ਚ ਆਉਣਾ ਹੀ ਨਹੀਂ ਚਾਹੀਦਾ, ਕਿਉਂਕਿ ਸਭ ਨੂੰ ਪਤਾ ਹੈ ਕਿ ਪਲੈਨਿੰਗ ਦੀ ਜ਼ਰੂਰਤ ਇੰਡੀਆ ਨੂੰ ਹੀ ਸੀ, ਕਿਉਂਕਿ ਆਜ਼ਾਦੀ ਤੋਂ ਬਾਅਦ ਸਾਡੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਸੀ। ਅਸੀਂ ਕਿਸ ਤਰ੍ਹਾਂ ਬਹੁਤ ਹੀ ਐਕਸਟ੍ਰੀਮਲੀ ਲੋ ਪ੍ਰੋਡਕਟਿਵਿਟੀ, ਬਹੁਤ ਹੀ ਲੋ GDP ਸਾਡੀ, ਤਾਂ ਐਸੇ ਹਾਲਾਤਾਂ 'ਚੋਂ ਬਾਹਰ ਨਿਕਲਣ ਲਈ, ਬੈਕਵਰਡਨੈਸ ਨੂੰ ਖਤਮ ਕਰਨ ਲਈ, ਪਿਛੜੇਪਨ ਨੂੰ ਖਤਮ ਕਰਨ ਲਈ ਸਾਨੂੰ ਬੱਚੇ ਪਲੈਨਿੰਗਸ ਦਾ ਸਹਾਰਾ ਲੈਣਾ ਪਿਆ, ਕਿਉਂਕਿ ਗਵਰਨਮੈਂਟ ਛੱਡ ਨਹੀਂ ਸਕਦੀ ਸੀ ਦੀ ਮਾਰਕੀਟ ਦੇ ਵਿੱਚ ਸਪਲਾਈ ਐਂਡ ਡਿਮਾਂਡਸ ਦੀ ਪਾਵਰਸ ਨੂੰ ਕਿ ਆਪਣੇ ਆਪ ਹੀ ਸਭ ਕੁਝ ਸਿੱਧਾ ਹੋ ਜਾਏਗਾ। ਨਹੀਂ ਸਿੱਧਾ ਹੋ ਸਕਦਾ ਜੀ ਆਪਣੇ ਆਪ। ਇੱਕ ਬਿਗ ਪੁਸ਼ ਚਾਹੀਦਾ ਸੀ ਇਨਵੈਸਟਮੈਂਟ ਦਾ, ਗਵਰਨਮੈਂਟ ਦਾ ਪੂਰਾ ਇੰਟਰਵੀਨ ਕਰਨਾ ਪੈਣਾ ਸੀ, ਗਵਰਨਮੈਂਟ ਨੂੰ ਇੰਟਰਫੇਅਰ ਕਰਨਾ ਪੈਣਾ ਸੀਗਾ, ਤਾਂ ਜਾ ਕੇ ਕੁਛ ਨਾ ਕੁਛ ਗੱਲ ਬਣਨੀ ਸੀਗੀ। ਔਰ ਇਸ ਕਰਕੇ ਪਲੈਨਿੰਗ ਲੈ ਕੇ ਆਤੀ ਗਈ। ਔਰ ਪਲੈਨਿੰਗ ਦੋ ਤਰ੍ਹਾਂ ਦੀ ਹੈ। ਦੋ ਤਰ੍ਹਾਂ ਦੀ ਜਿਹੜੀ ਪਲੈਨਿੰਗ ਹੈ ਬੇਟਾ ਜੀ, ਉਹ ਹੈਗੀ ਹੈ ਡਾਇਰੈਕਟਿਵ ਪਲੈਨਿੰਗ, ਨੰਬਰ 2 ਹੈਗੀ ਆਪਣੇ ਕੋਲ ਕੰਪਰੀਹੈਂਸਿਵ ਪਲੈਨਿੰਗ। ਸਰ ਨਾਮ ਤੋਂ ਹੀ ਪਤਾ ਚੱਲਦਾ ਡਾਇਰੈਕਟਿਵ ਪਲੈਨਿੰਗ ਦੇ ਵਿੱਚ ਕੋਈ ਡਾਇਰੈਕਸ਼ਨ ਦੀ ਗੱਲ ਕਰੋਗੇ ਤੁਸੀਂ, ਬਿਲਕੁਲ ਬੇਟਾ ਬਿਲਕੁਲ। ਮੈਂ ਡਾਇਰੈਕਟਿਵ ਪਲੈਨਿੰਗਸ ਦੇ ਵਿੱਚ ਡਾਇਰੈਕਸ਼ਨਸ ਦੀ ਗੱਲ ਕਰੂੰਗਾ। ਔਰ ਡਾਇਰੈਕਸ਼ਨ ਕੌਣ ਦਊਗਾ, ਕਿਉਂਕਿ ਮੈਂ ਪੂਰੇ ਇੰਡੀਆ ਦੀ ਗੱਲ ਕਰਦਾ ਹਾਂ, ਪੂਰੀ ਇਕੋਨਮੀ ਦੀ ਗੱਲ ਕਰਦਾ ਹਾਂ, ਹੋਲ ਲੈਵਲ ਤੇ ਗੱਲ ਕਰਦੇ ਹਾਂ। ਸਰ ਗਵਰਨਮੈਂਟ ਹੀ ਦਊਗੀ ਡਾਇਰੈਕਸ਼ਨ, ਬਿਲਕੁਲ ਬੱਚੇ। ਤਾਂ ਕਿਹਨੂੰ ਦਊਗੀ ਡਾਇਰੈਕਸ਼ਨ, ਕਿਸ ਸਿਚੁਏਸ਼ਨਸ ਦਊਗੀ, ਇਹ ਚੀਜ਼ਾਂ ਨੂੰ ਅਸੀਂ ਸਮਝਣਾ ਹੈ। ਤਾਂ ਬੱਚੇ ਡਾਇਰੈਕਟਿਵ ਪਲੈਨਿੰਗ ਦੇ ਵਿੱਚ ਸਭ ਤੋਂ ਪਹਿਲਾਂ, ਪਲੈਨਿੰਗ ਤੋਂ ਪਹਿਲਾਂ ਸਾਨੂੰ ਸਮਝਣਾ ਪੈਂਦਾ ਹੈ ਕਿ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦੀ ਇਕੋਨਮੀ ਹੋ ਸਕਦੀ ਹੈ। ਕੈਪੀਟਲਿਸਟ ਇਕੋਨਮੀਜ਼ ਵੀ ਹੋ ਸਕਦੀ ਹੈ, ਸੋਸ਼ਲਿਸਟ ਇਕੋਨਮੀ ਵੀ ਹੋ ਸਕਦੀ ਹੈ, ਤੇ ਆਪਣੀ ਮਿਕਸਡ ਇਕੋਨਮੀ ਵੀ ਹੋ ਸਕਦੀ ਹੈ। ਤਾਂ ਅਸੀਂ ਪਲੈਨਿੰਗ ਨੂੰ ਸਮਝਣ ਤੋਂ ਪਹਿਲਾਂ ਸਮਝਾਂਗੇ ਕਿ ਇਕੋਨਮੀਜ਼ ਕਿਸ ਤਰ੍ਹਾਂ ਦੀਆਂ ਨੇ, ਕਿਉਂਕਿ ਤੁਹਾਨੂੰ ਜੇ ਫੀਚਰ ਪਤਾ ਹੋਣਗੇ ਕੈਪੀਟਲਿਸਟ ਇਕੋਨਮੀ ਦੇ ਜਾਂ ਸੋਸ਼ਲਿਸਟ ਇਕੋਨਮੀ ਦੇ, ਤੁਹਾਨੂੰ ਡਾਇਰੈਕਸ਼ਨ ਸਮਝ ਆ ਜਾਊਗੀ, ਡਾਇਰੈਕਸ਼ਨ ਕਿਸ ਪਾਸਿਓਂ ਚੱਲੂਗੀ, ਉੱਪਰ ਤੋਂ ਨੀਚੇ ਚੱਲੂਗੀ ਜਾਂ ਕਿਵੇਂ ਮੂਵ ਕਰੂਗੀ ਡਾਇਰੈਕਸ਼ਨ, ਠੀਕ ਹੈ। ਤਾਂ ਫਿਰ ਕੰਪਰੀਹੈਂਸਿਵ ਪਲੈਨਿੰਗ, ਵਿਸ਼ਾਲ ਪਲੈਨਿੰਗ ਨੂੰ ਬੋਲਦੇ ਹਾਂ ਅਸੀਂ, ਠੀਕ ਹੈ, ਮਤਲਬ ਵਿਸ਼ਾਲ, ਕੰਪਰੀਹੈਂਸਿਵ ਵਿਸ਼ਾਲ, ਠੀਕ ਹੈ, ਬੜਾ। ਤਾਂ ਅਸੀਂ ਕੈਪੀਟਲਿਸਟ ਇਕੋਨਮੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬੱਚੇ। ਇੱਕ ਸਿੰਪਲ ਭਾਸ਼ਾ 'ਚ ਜੇ ਮੈਂ ਗੱਲ ਕਹਾਂ ਕਿ ਜਿਸ ਦੇਸ਼ ਦੇ ਵਿੱਚ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਨੂੰ ਪ੍ਰਾਈਵੇਟ ਕੰਮ ਕਰਨ ਦੀ ਖੁੱਲ੍ਹੀ ਇਜਾਜ਼ਤ ਦੇ ਦੇਵੇ, ਔਰ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਕੰਮਾਂ 'ਚ ਲੱਗੇ ਹੋਣ, ਉਹਨਾਂ ਨੂੰ ਰੁਜ਼ਗਾਰ ਲਈ ਗਵਰਨਮੈਂਟ ਦਾ ਸਹਾਰਾ ਨਾ ਲੈ ਕੇ ਆਪਣੇ ਬਿਜ਼ਨਸ ਦੇ ਤਰਫ ਧਿਆਨ ਜ਼ਿਆਦਾ ਦੇਣ ਦੀ ਜ਼ਰੂਰਤ ਪਵੇ। ਜਿੱਥੇ ਪ੍ਰਾਈਵੇਟ ਓਨਰਸ਼ਿਪ ਜ਼ਿਆਦਾ ਹੋਵੇ ਉਸ ਨੂੰ ਅਸੀਂ ਕੈਪੀਟਲਿਸਟ ਇਕੋਨਮੀ ਕਹਿੰਦੇ ਹਾਂ। ਗਵਰਨਮੈਂਟ ਦਾ ਇੰਟਰਫੇਅਰ ਬਹੁਤ ਜ਼ਿਆਦਾ ਘੱਟ ਹੁੰਦਾ ਹੈ, ਹਰ ਬੰਦਾ ਆਪਣਾ ਕੰਮ ਕਰਦਾ ਔਰ ਹਰ ਬੰਦਾ ਪ੍ਰੋਫਿਟ ਤੋਂ ਮੋਟੀਵੇਟਡ ਹੁੰਦਾ, ਕਿਉਂਕਿ ਉਸਨੇ ਪ੍ਰੋਫਿਟ ਕਮਾਉਣਾ ਹੈ, ਬਿਜ਼ਨਸ ਚਲਾਉਣਾ ਹੈ। ਤਾਂ ਬੱਚੇ ਇਹ ਕੈਪੀਟਲਿਸਟ ਇਕੋਨਮੀ ਹੈ। ਆਪਾਂ ਹੋਰ ਇਹਨੂੰ ਡੈਪਥ 'ਚ ਜਾ ਕੇ ਪੜ੍ਹਦੇ ਹਾਂ ਕਿ ਕੈਪੀਟਲਿਸਟ ਇਕੋਨਮੀ ਬੱਚੇ ਐਸੀ ਇਕੋਨਮੀ ਜਿਹਦੇ ਵਿੱਚ ਇੰਡੀਵਿਜੂਅਲਸ ਜਾਂ ਲੋਕ ਨੇ ਜਿਹੜੇ ਉਹ ਫ੍ਰੀ ਹੁੰਦੇ ਨੇ ਕੋਈ ਵੀ ਕੰਮ ਕਰਨ ਦੇ ਲਈ, ਕੋਈ ਵੀ ਕੰਮ ਛੱਡਣ ਦੇ ਲਈ, ਕੋਈ ਵੀ ਕੰਮ ਚੁਣਨ ਲਈ। ਉਹਨਾਂ ਨੇ ਆਪਣਾ ਮੈਕਸੀਮਮ ਕਰਨਾ ਹੁੰਦਾ ਪ੍ਰੋਫਿਟ, ਔਰ ਆਪਣੀ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਦੇ ਹੋਏ ਉਹ ਉਸ ਚੀਜ਼ ਦੀ ਪ੍ਰੋਡਕਸ਼ਨ ਜ਼ਿਆਦਾ ਕਰਦੇ ਨੇ ਜਿਸ ਚੀਜ਼ ਦੀ ਡਿਮਾਂਡ ਮਾਰਕੀਟ ਦੇ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ। ਉਹ ਸੈਲਫ ਇੰਟਰਸਟ ਮੋਟੀਵੇਟਡ ਹੁੰਦੇ ਨੇ। ਗਵਰਨਮੈਂਟ ਨਹੀਂ ਕੁਛ ਕਹਿੰਦੀ, ਡਿਮਾਂਡ ਐਂਡ ਸਪਲਾਈ ਦੀ ਪਾਵਰਸ ਕੰਮ ਕਰਦੀਆਂ ਇਕੋਨਮੀ ਦੇ ਵਿੱਚ। ਤੁਹਾਡੀ ਬੁੱਕ ਦੇ ਵਿੱਚ ਇੱਕ ਤਰਾਜੂ ਬਣਿਆ ਹੋਇਆ ਡਿਮਾਂਡ ਐਂਡ ਸਪਲਾਈ, ਜੋ ਮਾਰਕੀਟ ਦੇ ਵਿੱਚ ਜਿਸ ਚੀਜ਼ ਦੀ ਡਿਮਾਂਡ ਹੈ ਉਸ ਨੂੰ ਡਿਮਾਂਡ ਨੂੰ ਪੂਰਾ ਕਰਨ ਲਈ ਮਾਰਕੀਟ ਦੇ ਵਿੱਚ ਆਪਣੇ ਆਪ ਨਵੇਂ ਪਲੇਅਰ ਆ ਜਾਂਦੇ ਨੇ। ਕੋਈ ਗवर्नमेंट नहीं कहती हैगी कि भाई लोगों की इस चीज़ की डिमांड है तो इसी तरह का बिजनेस आप ओपन करिए, ऐसी कोई बात नहीं है। तो हम फीचर्स के बारे में स्टडी करते हैं कि कैपिटलिस्ट इकोनॉमी में क्या फीचर है पंजाबी जी। तब जब प्राइवेट ओनरशिप ज़्यादा है, प्रोडक्शन करने लिए ज़्यादातर प्राइवेट ओनरशिप ज़्यादा है। नंबर 2 बचे, हर एक प्रोड्यूसर ਨੂੰ ਇਹ ਹੋਊਗਾ ਕਿ ਮੇਰਾ ਪ੍ਰੋਫਿਟ ਕਿਸ ਤਰ੍ਹਾਂ ਮੈਕਸੀਮਾਈਜ਼ ਹੋ ਜਾਵੇ ਜਾਂ ਮੈਂ ਕਿਸ ਤਰ੍ਹਾਂ ਆਪਣਾ ਪ੍ਰੋਫਿਟ ਮੈਕਸੀਮਾਈਜ਼ ਕਰ ਸਕਦਾ, ਉਹਨੂੰ ਪੂਰੀ ਕੋਸ਼ਿਸ਼ ਇੱਦਾਂ ਹੀ ਹੋਊਗੀ। ਔਰ ਗਵਰਨਮੈਂਟ ਇੰਟਰਫੇਅਰ ਨਹੀਂ ਕਰੂਗੀ। ਗਵਰਨਮੈਂਟ ਦਾ ਮੇਨ ਕੰਮ ਹੋਊਗਾ ਉਹ ਸਿਰਫ ਇਹੀ ਹੋਊਗਾ, ਲਾਅ ਐਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਔਰ ਸੁਰੱਖਿਆ ਦੇ ਕੰਮ ਕਰਨੇ, ਸਾਰੇ ਡਿਫੈਂਸ ਨੂੰ ਬਣਾ ਕੇ ਰੱਖਣਾ, ਠੀਕ ਹੈ। ਤਾਂ ਬੱਚੇ ਇਸ ਕੈਪੀਟਲਿਸਟ ਇਕੋਨਮੀ ਦਾ ਬੈਨੀਫਿਟ ਕੀ ਹੈ? ਲੋਕ ਸੈਲਫ ਮੋਟੀਵੇਟਡ ਹੈ, ਬਹੁਤ ਅੱਛਾ ਕਰਦੇ ਨੇ, ਦ ਬੈਸਟ ਰਿਜ਼ਲਟ ਆਉਂਦਾ ਹੈ, ਨੁਕਸਾਨ ਹੁੰਦਾ ਨਹੀਂ ਕਿਉਂਕਿ ਪ੍ਰੋਫਿਟ ਓਰੀਐਂਟਡ ਹੈ, ਸੈਲਫ ਇੰਟਰਸਟ ਪ੍ਰਮੋਟ ਹੁੰਦਾ ਹੈ, ਪ੍ਰੋਫਿਟ ਵੱਧਦਾ ਹੈ, GDP ਦੀ ਗਰੋਥ ਬਹੁਤ ਫਾਸਟ ਗਰੋਥ ਕਰ ਰਹੀ ਹੈ। ਔਰ ਇਸੀ ਲਈ ਇਸ ਦੇ ਇਹ ਮੈਰਿਟ ਕਰਕੇ ਸੋਵੀਅਤ ਯੂਨੀਅਨ, ਚਾਈਨਾ ਜਿਹੜੀ ਕਿ ਪਹਿਲਾਂ ਸੋਸ਼ਲਿਸਟ ਇਕੋਨਮੀਜ਼ ਹੁੰਦੀਆਂ ਸੀ ਜਿਹਦੇ ਕੁਝ ਨੁਕਸਾਨ ਨੇ ਕੁਝ ਫਾਇਦੇ ਵੀ ਨੇ, ਉਹ ਸ਼ਿਫਟ ਹੋ ਕੇ ਕੈਪੀਟਲਿਸਟ ਇਕੋਨਮੀਜ਼ ਬਣ ਚੁੱਕੀਆਂ ਕਿਉਂਕਿ ਉਹਨਾਂ ਨੇ ਗਰੋਥ ਦਿਖਣੀ ਹੈ ਔਰ ਉਹ ਗਰੋਥ ਦੇ ਵਿੱਚ ਆ ਵੀ ਰਹੇ ਨੇ। ਪ੍ਰਾਈਵੇਟਾਈਜੇਸ਼ਨ ਇਸ ਤਰਜ਼ ਤੇ ਹੋ ਰਿਹਾ ਹੈ
कि तरक्की और GDP ਨੂੰ ਇਨਕਰੀਜ਼ ਕਰਨਾ ਚਾਹੁੰਦੇ ਹਾਂ। ਚਲੋ ਇਹ ਇੱਕ ਵੱਖਰਾ ਇਸ਼ੂ ਹੈ। ਕੁੱਲ ਮਿਲਾ ਕੇ ਤੁਸੀਂ ਇਸ ਮੈਰਿਟ ਦੇ ਬੇਸ ਤੇ ਸਮਝ ਰਹੇ ਹੋ ਕਿ ਪ੍ਰਾਈਵੇਟਾਈਜੇਸ਼ਨ ਕਿਉਂ ਹੋ ਰਹੀ ਹੈ। ਬੱਚੇ ਡੀਮੈਰਿਟ ਦਾ ਮਤਲਬ ਆ ਗਿਆ ਨੁਕਸਾਨ। ਸਰ ਕੈਪੀਟਲਿਸਟ ਸਮਝ ਗਏ ਜੇ ਲੋਕ ਆਪਣਾ ਆਪਣਾ ਬਿਜ਼ਨਸ ਕਰਨਗੇ ਤਾਂ ਇਹਦਾ ਨੁਕਸਾਨ ਇਹ ਹੈ ਬੱਚੇ, ਗਰੀਬ ਇਨਸਾਨ ਹੈ ਜਿਹੜਾ ਉਹ ਗਰੀਬੀ 'ਚ ਜਾਈ ਜਾਊਗਾ, ਕਿਉਂਕਿ ਅਮੀਰ ਲੋਕਾਂ ਦੇ ਬਿਜ਼ਨਸ ਔਰ ਅਮੀਰ ਲੋਕਾਂ ਦੇ ਵਾਸਤੇ, ਅਮੀਰ ਲੋਕਾਂ ਲਈ, ਕਿਉਂਕਿ ਅਮੀਰ ਲੋਕ ਡਿਮਾਂਡ ਕਰੇਗਾ, ਅਮੀਰ ਲੋਕ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਅਮੀਰ ਬੰਦਾ ਹੀ ਪ੍ਰੋਡਕਸ਼ਨ ਕਰਦਾ ਰਹੂਗਾ ਔਰ ਗਰੀਬ ਦੀ ਕੋਈ ਸੁਣਵਾਈ ਨਹੀਂ ਕੀਤੀ ਜਾਊਗੀ। ਕੋਲੈਕਟਿਵ ਇੰਟਰਸਟ ਜਾਂ ਸੁਸਾਇਟੀ ਜਾਂ ਸੋਸ਼ਲ ਜਸਟਿਸ ਨਹੀਂ ਹੋਊਗਾ, ਲੁੱਟਿਆ ਜਾਊਗਾ ਅਮੀਰ ਔਰ ਅਮੀਰ ਲਈ ਕੰਮ, ਇਹੀ ਚੀਜ਼ ਰਹਿ ਜਾਏਗੀ। ਭਲੇ ਬਾਰੇ ਕੋਈ ਨਹੀਂ ਸੋਚੂਗਾ, ਠੀਕ ਹੈ। ਔਰ ਹਾਈ ਪ੍ਰੋਫਿਟਸ ਲਈ ਲੋਕ ਜ਼ਿਆਦਾ ਕੰਮ ਕਰਨਗੇ ਤਾਂ ਪ੍ਰੋਡਕਸ਼ਨ ਸਿਰਫ ਪ੍ਰੋਫਿਟ ਓਰੀਐਂਟਡ ਹੋਊਗੀ, ਨਾ ਕਿ ਵੈਲਫੇਅਰ ਦਾ ਤਾਂ ਕੋਈ ਨਾਮ ਹੀ ਨਹੀਂ ਆਉਣਾ। ਔਰ ਰਿਚ ਲਈ ਸਾਰੀ ਇੰਡਸਟਰੀ ਚੱਲੂਗੀ, ਰਿਚ ਲਈ। ਪੂਅਰ ਪੀਪਲ ਜਿਹੜਾ ਹੈਗਾ ਉਹ ਡੈਪਰੀਵੇਸ਼ਨ ਮਤਲਬ ਦੁੱਖ ਜਾਂ ਉਹਨੂੰ ਚੀਜ਼ਾਂ ਦੀ ਕਮੀ ਉਹ ਸਫਰ ਕਰਦਾ ਰਹੂਗਾ। ਔਰ ਸਮਾਜਿਕ ਨਿਆਂ ਤੋਂ ਬਿਨਾਂ ਗਰੋਥ ਹੋਊਗੀ, ਗਰੀਬ ਔਰ ਅਮੀਰ ਬਹੁਤ ਅਮੀਰ ਹੁੰਦਾ ਜਾਊਗਾ। ਇਹ ਨੁਕਸਾਨ ਹੈ ਬੱਚੇ ਸੋਸ਼ਲਿਸਟ ਇਕੋਨਮੀ ਦਾ, ਠੀਕ ਹੈ। ਮਾਫੀ ਚਾਹੂੰਗਾ, ਇਹ ਨੁਕਸਾਨ ਹੈ ਕੈਪੀਟਲਿਸਟ ਇਕੋਨਮੀ ਦਾ, ਠੀਕ ਹੈ। ਹੁਣ ਬੱਚੇ ਅਸੀਂ ਪੜਾਂਗੇ ਸੋਸ਼ਲਿਸਟ ਇਕੋਨਮੀ। ਸੋਸ਼ਲਿਸਟ ਇਕੋਨਮੀ ਕੀ ਹੈ? ਨਾਮ ਤੋਂ ਪਤਾ ਚੱਲਦਾ ਹੈ ਸਮਾਜਿਕ ਅਰਥ ਵਿਵਸਥਾ, ਇੱਕ ਐਸਾ ਸਿਸਟਮ ਜਿਹਦੇ ਵਿੱਚ ਗਵਰਨਮੈਂਟ ਹਰ ਕੰਮ ਦੇ ਵਿੱਚ ਇਨਵੋਲਵ ਹੁੰਦੀ ਹੈ। ਆਈ ਥਿੰਕ ਉਹ ਨਾਰਥ ਕੋਰੀਆ, ਉਹ ਆਪਣਾ ਕਿਮ ਜਿਮ ਜੋਂਗ ਵਾਲਾ ਕੁਛ ਇਸ ਤਰ੍ਹਾਂ ਨਾਮ ਉਸ ਬੰਦੇ ਦਾ। ਉਹਦੇ ਵਿੱਚ ਸੋਸ਼ਲਿਸਟ ਇਕੋਨਮੀ ਅੰਦਰੋਂ ਗਰਾਊਂਡ ਲੈਵਲ ਤੇ ਹੈ, ਲੇਕਿਨ ਦਿਖਾਇਆ ਗਿਆ ਡੈਮੋਕ੍ਰੇਸੀ ਹੈ ਕਿ ਹਰ ਚੀਜ਼ ਡੈਮੋਕ੍ਰੇਸੀ ਹੈ, ਲੇਕਿਨ ਰਿਐਲਿਟੀ ਦੀ ਗੱਲ ਕਰ ਰਹੇ ਹਾਂ ਤਾਂ ਸੋਸ਼ਲਿਸਟ ਇਕੋਨਮੀ ਇੱਕ ਐਸੀ ਅਰਥ ਵਿਵਸਥਾ ਜਿੱਥੇ ਲੋਕਾਂ ਨੂੰ ਖੁੱਲ੍ਹਾ ਨਹੀਂ ਛੱਡਿਆ ਜਾਂਦਾ, ਹਰ ਇੱਕ ਕੰਮ, ਹਰ ਇੱਕ ਬੜਾ ਡਿਸੀਜ਼ਨ ਕੋਲੈਕਟਿਵਲੀ ਲਿਆ ਜਾਂਦਾ, ਪਬਲਿਕ ਓਨਰਸ਼ਿਪ ਹੁੰਦੀ ਹੈ। ਪ੍ਰੋਡਕਸ਼ਨ ਦੀ ਇਕਨੋਮਿਕ ਡਿਸੀਜ਼ਨ ਜਿਹੜਾ ਹੈਗਾ ਉਹ ਸੈਂਟਰਲ ਗਵਰਨਮੈਂਟ ਜਾਂ ਸੈਂਟਰਲ ਅਥਾਰਟੀ ਲੈਂਦੀ ਹੈ। ਔਰ ਗੌਰਮੈਂਟ ਦਾ ਇਹੀ ਇਰਾਦਾ ਹੁੰਦਾ ਹੈ ਕਿ ਸਭ ਦਾ ਕਲਿਆਣ ਹੋਵੇ, ਸਬਕਾ ਸਾਥ, ਸਬਕਾ ਵਿਕਾਸ, ਸਬਕਾ ਕਲਿਆਣ, ਸਬਕਾ ਭਲਾ। ਇਸ ਤਰ੍ਹਾਂ ਦੀ ਥਿਊਰੀ ਨੂੰ ਅਸੀਂ ਲੈ ਕੇ ਚੱਲਦੇ ਹਾਂ ਸੋਸ਼ਲਿਸਟ ਇਕੋਨੋਮੀ ਦੇ ਵਿੱਚ। ਚਲੋ ਹੋਰ ਫੀਚਰ ਕਰਦੇ ਹਾਂ, ਥੋੜਾ ਹੋਰ ਸਮਝ ਆਊਗਾ ਤੁਹਾਨੂੰ। ਇਹ ਕੈਪੀਟਲਿਸਟ ਇਕੋਨਮੀ ਦੇ ਬਿਲਕੁਲ ਆਪੋਜ਼ਿਟ ਹੈ, ਓਕੇ ਬੱਚੇ। ਪ੍ਰੋਡਕਸ਼ਨ ਦੇ ਜਿਹੜੇ ਸਾਧਨ ਨੇ ਜਾਂ ਪ੍ਰੋਡਕਸ਼ਨ ਦੀਆਂ ਜਿਹੜੀਆਂ ਬੜੀਆਂ ਫੈਕਟਰੀਜ਼ ਨੇ, ਕੰਪਨੀਜ਼ ਨੇ, ਉਹਨਾਂ ਦੀ ਓਨਰਸ਼ਿਪ ਬੱਚੇ ਪਬਲਿਕ ਕੋਲ ਹੋਊਗੀ, ਕੋਲੈਕਟਿਵਲੀ ਓਨਡ ਹੋਊਗੀ। ਮਤਲਬ ਗਵਰਨਮੈਂਟ ਕੰਪਨੀਜ਼ ਕਹਿ ਲਓ, ਗਵਰਨਮੈਂਟ ਦਾ ਜ਼ਿਆਦਾ ਰੋਲ ਹੋਊਗਾ, ਸੁਸਾਇਟੀ ਉਹਨੂੰ ਓਨ ਕਰੂਗੀ, ਉਹਦੀ ਮਾਲਕ ਹੋਊਗੀ, ਠੀਕ ਹੈ। ਪਬਲਿਕ ਓਨਰਸ਼ਿਪ ਹੋਊਗਾ ਪ੍ਰੋਡਕਸ਼ਨ ਦਾ, ਹਰ ਇੱਕ ਜਗ੍ਹਾ ਤੇ ਪਬਲਿਕ ਮਤਲਬ ਡੈਮੋਕ੍ਰੇਸੀ ਨੂੰ ਫੋਲੋ ਕੀਤਾ ਜਾਊਗਾ ਜ਼ਿਆਦਾਤਰ ਪੈਸੇ 'ਚ, ਪ੍ਰੋਡਕਸ਼ਨ 'ਚ, ਠੀਕ ਹੈ। ਇਸ ਤਰ੍ਹਾਂ ਯੂਜ਼ ਕੀਤਾ ਜਾਊਗਾ ਪਬਲਿਕ ਤੇ ਸਮਾਜਿਕ ਸਿਸਟਮ ਨੂੰ ਜਾਂ ਸੋਸ਼ਲ ਸਿਸਟਮ ਨੂੰ ਕਿ ਸਭ ਦਾ ਭਲਾ ਹੋ ਸਕੇ ਔਰ ਸਭ ਦਾ ਵਿਕਾਸ ਹੋ ਸਕੇ, ਠੀਕ ਹੈ। ਔਰ ਗਵਰਨਮੈਂਟ ਡਾਇਰੈਕਟ ਪਾਰਟਿਸਿਪੇਸ਼ਨ ਕਰੂਗੀ, ਗਵਰਨਮੈਂਟ ਉਸ ਤੋਂ ਕਿਤੇ ਜ਼ਿਆਦਾ ਵਰਕ ਕਰੂਗੀ। ਆਪਾਂ ਕੈਪੀਟਲਿਸਟ ਇਕੋਨਮੀ 'ਚ ਇਹੀ ਸੁਣਿਆ ਸੀਗਾ ਕਿ ਗਵਰਨਮੈਂਟ ਕਾਨੂੰਨ ਵਿਵਸਥਾ ਨੂੰ ਬਣਾ ਕੇ ਰੱਖੂ, ਬਸ ਸੁਰੱਖਿਆ ਦੇ ਕੰਮਾਂ 'ਚ, ਲੇਕਿਨ ਗਵਰਨਮੈਂਟ ਪ੍ਰੋਡਕਸ਼ਨ 'ਚ ਵੀ ਹਰ ਇੱਕ ਫੀਲਡ ਦੇ ਵਿੱਚ ਗਵਰਨਮੈਂਟ ਇਨਵੋਲਵ ਹੋਊਗੀ ਸੋਸ਼ਲਿਸਟ ਇਕੋਨਮੀ ਦੇ ਵਿੱਚ, ਠੀਕ ਹੈ ਬੱਚੇ। ਓਕੇ ਸਰ, ਤਾਂ ਬੱਚੇ ਫਾਇਦਾ ਕੀ ਹੈ ਸੋਸ਼ਲਿਸਟ ਇਕੋਨਮੀ? ਦੇਖੋ ਬੱਚੇ, ਸੋਸ਼ਲਿਸਟ ਇਕੋਨਮੀ ਜਿਹੜੀ ਹੈਗੀ ਆ ਉਹ ਭਲਾਈ ਵਾਲੀ ਇਕੋਨਮੀ ਹੈ। ਇਹ 'ਚ ਭਲੇ ਬਾਰੇ ਸੋਚਿਆ ਜਾਂਦਾ ਹੈ ਔਰ ਚੰਗਾ ਸੋਚਿਆ ਜਾਂਦਾ ਹੈ ਔਰ ਸਮਾਨਤਾ ਬਾਰੇ ਸੋਚਿਆ ਜਾਂਦਾ ਹੈ, ਹਰ ਇੱਕ ਬੰਦੇ ਨੂੰ ਕੰਸੀਡਰ ਕੀਤਾ ਜਾਂਦਾ, ਵਿਚਾਰਿਆ ਜਾਂਦਾ, ਇਕੁਐਲਿਟੀ ਬਾਰੇ ਸੋਚਿਆ ਜਾਂਦਾ ਹੈ। ਔਰ ਗਰੋਥ ਪ੍ਰੋਸੈਸ ਜਿਹੜਾ ਹੈਗਾ ਉਹ ਇਨਕਲੂਸਿਵ ਹੁੰਦਾ ਹੈ, ਠੀਕ ਹੈ। ਔਰ ਸਮਾਜਿਕ ਨਿਆਂ ਦੇ ਉੱਤੇ ਆਧਾਰਿਤ ਹੁੰਦਾ ਹੈ। ਕਿਹਦੇ ਉੱਤੇ ਆਧਾਰਿਤ ਹੁੰਦਾ ਬੱਚੇ? ਸਮਾਜਿਕ ਨਿਆਂ, ਸੋਸ਼ਲ ਜਸਟਿਸ। ਤਾਂ ਬੱਚੇ ਇਨਕਲੂਸਿਵ ਗਰੋਥ ਦਾ ਮਤਲਬ ਹੈ ਵੀ ਕਿ ਹਰ ਇੱਕ ਸੁਸਾਇਟੀ ਦਾ ਹਰ ਇੱਕ ਬੰਦਾ, ਅਮੀਰ ਗਰੀਬ, ਜਾਤ ਪਾਤ ਦਾ ਫਰਕ ਕਰੇ ਬਿਨਾ ਜਦ ਵਿਕਾਸ ਦੀ ਗੱਲ ਕਰਦੇ ਹਾਂ ਅਸੀਂ, ਤਾਂ ਉਦੋਂ ਅਸੀਂ ਇਨਕਲੂਸਿਵ ਗਰੋਥ ਦੀ ਗੱਲ ਕਰਦੇ ਹੁੰਦੇ ਬੱਚੇ। ਔਰ ਇਨਕਲੂਸਿਵ ਗਰੋਥ ਅਸੀਂ 11th ਪਤਾ ਨਹੀਂ 12th ਪਲਾਨ ਦੇ ਵਿੱਚ ਕੋਸ਼ਿਸ਼ ਕਰੀ ਸੀ ਵੀ ਹੋਵੇ। ਲੋਕ ਫਰਕ ਕਰਦੇ ਨੇ, ਮਤਲਬ ਆਪਾਂ ਨਹੀਂ ਕਰਨਾ ਚਾਹੁੰਦੇ ਜਾਤ ਦੀ ਗੱਲ ਇਸ ਵਕਤ, ਠੀਕ ਹੈ। ਤਾਂ ਨੁਕਸਾਨ ਕੀ ਹੈ ਬੱਚੇ? ਨੁਕਸਾਨ ਇਹ ਹੈ ਸੋਸ਼ਲਿਸਟ ਇਕੋਨਮੀ ਦਾ, ਗਰੋਥ ਬਹੁਤ ਜ਼ਿਆਦਾ ਸਲੋ ਹੋ ਜਾਂਦੀ ਹੈ ਸੋਸ਼ਲਿਸਟ ਇਕੋਨਮੀ ਦੇ ਵਿੱਚ, ਕਿਉਂਕਿ ਸੈਲਫ ਇੰਟਰਸਟ ਨਹੀਂ ਹੈ, ਪ੍ਰੋਫਿਟ ਮੋਟੀਵੇਟਡ ਨਹੀਂ ਹੈ, ਤਾਂ ਹਰ ਬੰਦਾ ਸਲੋ ਚਾਲ, ਪ੍ਰੋਫਿਟ ਮੈਕਸਿਮਾਈਜੇਸ਼ਨ ਨਾ ਹੋਣ ਕਰਕੇ ਇੱਕ ਐਂਥੂਜ਼ੀਆਜ਼ਮ ਘੱਟ ਜਾਂਦਾ ਹੈ। ਸਮਾਨਤਾ ਜਸਟਿਸ ਤਾਂ ਚਲੋ ਹੈ ਹੀ ਹੈ, ਫਾਇਦੇ ਤਾਂ ਇਹਦੇ ਹੈ ਹੀ ਹੈ, ਲੇਕਿਨ ਕੁੱਲ ਮਿਲਾ ਕੇ ਜਿਸ ਇਕੋਨਮੀ ਨੇ ਸੋਸ਼ਲਿਸਟ
ਇਕੋਨਮੀ ਫੋਲੋ ਕਰ ਰਹੀ ਸੀ, ਲਾਈਕ ਸੋਵੀਅਤ ਯੂਨੀਅਨ ਐਂਡ ਚਾਈਨਾ, ਉਹ ਬਹੁਤ ਪਿੱਛੇ ਚਲੇ ਗਏ ਸੀਗੇ, ਲੇਕਿਨ ਫਿਰ ਬਚੇ ਉਹਨਾਂ ਨੇ ਬਾਅਦ ਵਿੱਚ ਕੰਟਰੋਲਡ ਇਕੋਨਮੀ ਬੋਲਦੇ ਆ ਇਹਨੂੰ, ਸੋਸ਼ਲਿਸਟ ਇਕੋਨਮੀ ਨੂੰ, ਔਰ ਕੈਪੀਟਲਿਸਟ ਇਕੋਨਮੀ ਨੂੰ ਬੋਲਦੇ ਹਾਂ ਅਸੀਂ ਮਾਰਕੀਟ ਇਕੋਨਮੀ। ਤਾਂ ਬੱਚੇ ਉਹਨਾਂ ਨੇ ਕੰਟਰੋਲਡ ਇਕੋਨਮੀ ਸਕਿਪ ਕਰੀ, ਔਰ ਸਕਿਪ ਕਰਕੇ ਉਹ ਸ਼ਿਫਟ ਹੋ ਗਏ, ਕਿੱਥੇ ਸ਼ਿਫਟ ਹੋ ਗਏ ਬੱਚੇ, ਉਹ ਸ਼ਿਫਟ ਹੋ ਗਏ ਕੈਪੀਟਲਿਸਟ ਇਕੋਨਮੀ ਦੇ ਵਿੱਚ, ਔਰ ਇਹੀ ਇਹਦਾ ਨੁਕਸਾਨ ਹੈ। ਇੱਕ ਬੱਚੇ ਹੁੰਦੇ ਮਿਕਸਡ ਇਕੋਨਮੀ। ਹੁਣ ਜੇ ਬੱਚੇ ਸਾਨੂੰ ਇਕੋਨਮੀ ਦੇ ਸਾਰੇ ਸਿਸਟਮ ਕਲੀਅਰ ਹੋਣਗੇ, ਫਿਰ ਅਸੀਂ ਡਾਇਰੈਕਟਿਵ ਪਲੈਨਿੰਗ, ਕੰਪਰੀਹੈਂਸਿਵ ਪਲੈਨਿੰਗ ਸਮਝ ਜਾਵਾਂਗੇ, ਦੈਨ ਅਸੀਂ ਇਹਦੇ ਨੈਕਸਟ ਸਟੈਪ 'ਤੇ ਅਸੀਂ ਦੇਖਾਂਗੇ ਕੀ ਗੋਲ ਸੀਗੇ ਸਾਡੇ ਪਲੈਨਿੰਗਸ ਦੇ। ਬੱਚੇ ਨੈਕਸਟ ਆਪਣੇ ਕੋਲ ਆ ਜਾਂਦਾ ਮਿਕਸਡ ਇਕੋਨਮੀ। ਦੇਖੋ ਬੱਚੇ, ਇੱਕ ਐਸੀ ਇਕੋਨਮੀ ਜਿਹਦੇ ਵਿੱਚ ਤੁਹਾਡੇ ਕੋਲ ਕੈਪੀਟਲਿਸਟ ਇਕੋਨਮੀ ਦੇ ਵੀ ਬੈਨੀਫਿਟ ਹੈਗੇ ਹੈ, ਔਰ ਤੁਹਾਡੇ ਕੋਲ ਸੋਸ਼ਲਿਸਟ ਇਕੋਨਮੀ ਦੇ ਵੀ ਫਾਇਦੇ ਹੈਗੇ ਹੈ, ਉਸ ਨੂੰ ਅਸੀਂ ਬੱਚੇ ਮਿਕਸਡ ਇਕੋਨਮੀ ਕਹਿੰਦੇ ਹਾਂ। ਲਾਈਕ ਇੰਡੀਆ, ਇੰਡੀਆ ਦੇ ਵਿੱਚ ਬੱਚੇ ਗੌਰਮੈਂਟ ਵੀ ਹੈ, ਲੇਕਿਨ ਗੌਰਮੈਂਟ ਕੁਛ ਕੰਮਾਂ ਦੇ ਵਿੱਚ ਆਪਣਾ ਵਰਚਸਵ ਬਣਾ ਕੇ ਰੱਖ ਰਹੀ ਹੈ। ਵਰਚਸਵ ਸਰ ਕੀ ਹੁੰਦਾ, ਮੋਨੋਪਲੀ ਕਹਿ ਦਿਓ ਜਾਂ ਗੌਰਮੈਂਟ ਦੀ ਪਾਵਰ ਕਹਿ ਲਓ, ਗੌਰਮੈਂਟ ਕਿਸੇ ਹੋਰ ਪ੍ਰਾਈਵੇਟ ਪਲੇਅਰ ਨੂੰ ਆਉਣ ਨਹੀਂ ਦਿੰਦੀ ਉਸ ਕੰਮ ਦੇ ਵਿੱਚ, ਲਾਈਕ ਰੇਲਵੇ ਹੋ ਗਿਆ, ਚਲੋ ਬਿਜਲੀ ਦੇ ਵਿੱਚ ਆ ਗਏ ਹੁਣ, ਚਲੋ ਹੁਣ ਇਸ ਵਕਤ ਤੇ ਚਲੋ ਆਪਾਂ ਗੱਲ ਨਹੀਂ ਕਰਦੇ, ਇਸ ਵਕਤ ਹਰ ਇੱਕ ਚੀਜ਼ ਪ੍ਰਾਈਵੇਟ ਹੋ ਰਹੀ ਹੈ, ਪ੍ਰਾਈਵੇਟਾਈਜੇਸ਼ਨ ਬਹੁਤ ਬੜੇ ਲੈਵਲ ਤੇ ਚੱਲ ਰਿਹਾ ਹੈ, ਫੁੱਲੀ ਕੈਪੀਟਲਿਸਟ ਇਕੋਨਮੀ ਬਣਾਇਆ ਜਾ ਰਿਹਾ ਇੰਡੀਆ ਨੂੰ, ਜਿਹਦੇ ਵਿੱਚ ਅਮੀਰ ਲੋਕਾਂ ਦਾ ਤੁਹਾਨੂੰ ਮੈਂ ਦੱਸਿਆ ਹੀ ਸੀ ਪਹਿਲਾਂ। ਪਰ ਕੀ ਕਰੀਏ, ਸਰਕਾਰੀ ਕੰਪਨੀਆਂ ਬਹੁਤ ਘਾਟੇ 'ਚ ਨੇ ਸਰ, ਉਹ ਤਾਂ ਤੁਹਾਡੀ ਗੱਲ ਠੀਕ ਹੈ। ਮੈਂ ਕਿਸੇ ਦੇ ਵੀ ਵਿਰੋਧ 'ਚ ਨਹੀਂ ਗੱਲ ਕਰ ਰਿਹਾ, ਮੈਂ ਕਿਸੇ ਦੇ ਪੱਖ 'ਚ ਨਹੀਂ ਗੱਲ ਕਰ ਰਿਹਾ, ਮੈਂ ਤੁਹਾਨੂੰ ਜਸਟ ਕੈਪੀਟਲਿਸਟ ਇਕੋਨਮੀ ਔਰ ਸੋਸ਼ਲਿਸਟ ਇਕੋਨਮੀ ਦੇ ਫਾਇਦੇ ਨੁਕਸਾਨ ਦੱਸ ਰਿਹਾ। ਪ੍ਰਾਈਵੇਟਾਈਜੇਸ਼ਨ ਕਰਨ ਦੇ ਕਿਤੇ ਫਾਇਦੇ ਵੀ ਨੇ, ਉੱਥੇ ਨੁਕਸਾਨ ਵੀ ਬਹੁਤ ਨੇ। ਤੁਹਾਨੂੰ ਚੀਜ਼ ਬਹੁਤ ਅੱਛੀ ਮਿਲੇਗੀ, ਫਾਸਟ ਮਿਲੇਗੀ, ਅੱਛੀ ਡਿਲੀਵਰੀ ਹੋਏਗੀ, ਪ੍ਰੋਡਕਸ਼ਨ ਹੋਏਗੀ, ਕੰਪੀਟੀਸ਼ਨ ਹੋਏਗਾ, ਔਰ ਚੀਜ਼ਾਂ ਸਸਤੀ ਮਿਲਣਗੀਆਂ, ਫਾਇਦਾ। ਪਰ ਐਸੀ ਸਸਤੀ ਚੀਜ਼ ਦਾ ਮੈਂ ਕਰੂੰਗਾ ਕੀ ਜਦ ਮੇਰੇ ਕੋਲ ਕਮਾਈ ਨਹੀਂ ਹੋਊਗੀ, ਜਦ ਮੈਂ ਗਰੀਬ ਹੋਊਂਗਾ। ਸਰ ਰੋਜ਼ਗਾਰ ਵੀ ਮਿਲੂਗਾ, ਕੰਮ ਵੀ ਮਿਲੂਗਾ, ਲੇਕਿਨ ਬੱਚੇ ਬੜੇ ਬੜੇ ਇੰਡਸਟਰੀਲਿਸਟ, ਬੜੇ ਬੜੇ ਜਿਹੜੇ ਆਪਣੇ ਪਲੇਅਰ ਨੇ ਮਾਰਕੀਟ ਦੇ, ਬਸ ਉਹਨਾਂ ਕੋਲ ਹੀ ਸਿਮਟ ਕੇ ਰਹਿ ਜਾਊਗਾ ਸਿਸਟਮ, ਔਰ ਆਮ ਇੱਕ ਛੋਟੇ ਇਨਸਾਨ ਨੂੰ, ਇੱਕ ਛੋਟੇ ਵਪਾਰੀ ਨੂੰ ਉੱਠਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ। ਚਲੋ ਮੈਂ ਵਾਪਸ ਮੁੜਦਾ, ਮੈਂ ਮਿਕਸਡ ਇਕੋਨਮੀ ਦੀ ਗੱਲ ਕਰਦਾ, ਇੱਕ ਐਸਾ ਸਿਸਟਮ ਜਿਹਦੇ ਵਿੱਚ ਪ੍ਰਾਈਵੇਟ ਪਲੇਅਰ ਐਂਡ ਪਬਲਿਕ ਪਲੇਅਰ, ਗਵਰਨਮੈਂਟ ਦੋਨੇ ਇਕੱਠੇ ਪਲੇ ਕਰਦੇ ਨੇ, ਔਰ ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਨਾਲ ਨਾਲ ਬੱਚੇ ਗਵਰਨਮੈਂਟ ਜਿਹੜਾ ਹੈਗਾ ਉਹ ਭਲਾਈ ਬਾਰੇ ਵੀ ਸੋਚਦੀ ਹੈ, ਠੀਕ ਹੈ, ਸਭ ਦਾ ਭਲਾ ਕਰਨ ਦੇ ਬਾਰੇ ਸੋਚਦੀ ਹੈ, ਔਰ ਗਵਰਨਮੈਂਟ ਮਨਾ ਨਹੀਂ ਕਰਦੀ ਹੈਗੀ ਕਿ ਤੁਸੀਂ ਪ੍ਰੋਫਿਟ ਨਾ ਕਮਾਓ, ਲੇਕਿਨ ਤੁਸੀਂ ਪ੍ਰੋਫਿਟ ਕਮਾਓ, ਦੱਬ ਕੇ ਕਮਾਓ, ਲੇਕਿਨ ਇੱਕ ਚੈੱਕ ਦੇ ਵਿੱਚ ਰਹਿ ਕੇ, ਲਾ ਐਂਡ ਆਰਡਰ 'ਚ ਰਹਿ ਕੇ, ਇੱਕ ਸਿਸਟਮ ਨੂੰ ਫੋਲੋ ਕਰਕੇ। ਬਿਨਾਂ ਸਿਸਟਮ ਨੂੰ ਫੋਲੋ ਕਰੇ ਤੁਸੀਂ ਪੈਸਾ ਕਮਾਉਣੇ, ਫਿਰ ਤਾਂ ਗਲਤ ਹੈ। ਸਮਾਜਿਕ ਨਿਆਂ ਨੂੰ ਵੀ ਬਣਾ ਕੇ ਰੱਖਣਾ ਹੈ। ਤੁਹਾਨੂੰ ਸਭ ਨੂੰ ਪਤਾ CSR, ਜੇ ਨਹੀਂ ਪਤਾ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਇੱਕ ਐਸਾ ਸਿਸਟਮ ਹੈ ਬੱਚੇ ਜਿਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਕੰਪਨੀ ਨੂੰ ਸਮਾਜ ਪ੍ਰਤੀ ਜਵਾਬਦੇਹੀ ਹੋਣੀ ਚਾਹੀਦੀ, ਜ਼ਿੰਮੇਵਾਰੀ ਹੋਣੀ ਚਾਹੀਦੀ, ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ, ਉਸ ਨੂੰ ਫੋਲੋ ਕਰਵਾਉਂਦੀ ਹੈ। ਇਹ ਇੰਡੀਆ ਦੇ ਵਿੱਚ ਮਿਕਸਡ ਇਕੋਨਮੀ ਨੂੰ ਅਸੀਂ ਫੋਲੋ ਕਰ ਰਹੇ ਹਾਂ। ਹਾਲਾਂਕਿ ਆਪਾਂ ਇਹ ਨਹੀਂ ਗੱਲ ਕਰਦੇ ਕਿ ਕਿੰਨੀ ਕੈਪੀਟਲਿਸਟ ਇਕੋਨਮੀ ਹੈ ਅਤੇ ਕਿੰਨੀ ਸੋਸ਼ਲਿਸਟ ਹੈ, ਔਰ ਮੇਰੇ ਹਿਸਾਬ ਨਾਲ ਹਾਲਾਤ ਬਦਲਦੇ ਜਾ ਰਹੇ ਨੇ। ਕੈਪੀਟਲਿਸਟ ਆਪਾਂ ਜ਼ਿਆਦਾ ਹੁੰਦੇ ਜਾ ਰਹੇ ਹਾਂ, ਔਰ ਸੋਸ਼ਲਿਸਟ ਘਟਦੇ ਜਾ ਰਹੇ ਹਾਂ, ਘਟਦੇ ਜਾ ਰਹੇ ਹਾਂ, ਘਟਦੇ ਜਾ ਰਹੇ ਹਾਂ। ਫੀਚਰਸ ਮਿਕਸਡ ਇਕੋਨਮੀ ਦੇ ਓਬਵੀਅਸ ਹੈ ਕਿ ਕੈਪੀਟਲਿਸਟ ਐਂਡ ਸੋਸ਼ਲਿਸਟ ਇਕੋਨਮੀ ਦੋਨਾਂ ਦੇ ਫੀਚਰ ਕੰਬਾਈਨਡ ਨੇ ਇਹਦੇ ਵਿੱਚ। ਤਾਂ ਬੱਚੇ ਪਹਿਲਾ ਪੁਆਇੰਟ ਹੈ ਆਪਣੇ ਕੋਲ ਪ੍ਰੋਡਕਸ਼ਨ ਪ੍ਰਾਈਵੇਟ ਪਲੇਅਰਸ ਦੇ ਕੋਲ ਵੀ ਹੈ, ਔਰ ਪ੍ਰੋਡਕਸ਼ਨ ਗਵਰਨਮੈਂਟ ਦੇ ਕੋਲ ਵੀ ਹੈ, ਦੋਨਾਂ ਕੋਲ ਹੈ, ਠੀਕ ਹੈ। ਕੁਛ ਪਾਰਟ, ਕੁਛ ਏਰੀਆ। ਪ੍ਰਾਈਵੇਟ ਸੈਕਟਰ ਜਿਹੜਾ ਹੈਗਾ ਬੱਚੇ, ਉਹ ਪ੍ਰਾਈਵੇਟ ਸੈਕਟਰ ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਬਾਰੇ ਸੋਚਦਾ ਹੈ, ਔਰ ਪਬਲਿਕ ਸੈਕਟਰ ਜਿਹੜਾ ਹੈਗਾ ਉਹ ਸੋਸ਼ਲ ਵੈਲਫੇਅਰ ਨੂੰ ਦੱਬ ਕੇ ਫੋਲੋ ਕਰਦਾ ਹੈ। ਬੱਚੇ ਪ੍ਰਾਈਵੇਟ ਤੇ ਪਬਲਿਕ ਸੈਕਟਰ ਦੋਨੋਂ ਪ੍ਰੋਡਕਸ਼ਨ ਦੇ ਪ੍ਰੋਸੈਸ 'ਚ ਰੋਲ ਪਲੇ ਕਰਦੇ ਨੇ, GDP ਦੀ ਗਰੋਥ ਕਰਦੇ ਨੇ, ਔਰ ਦੇਸ਼ ਦਾ ਵਿਕਾਸ ਕਰਨ ਦੇ ਵਿੱਚ ਪੂਰਾ ਫੋਕਸ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਫਾਇਦਾ ਬੱਚੇ ਇਹ ਹੈ, ਕੈਪੀਟਲਿਸਟ ਔਰ ਸੋਸ਼ਲਿਸਟ ਦੋਨਾਂ ਦੇ ਜੋ ਫਾਇਦੇ ਨੇ ਇਹਦੇ ਵਿੱਚ ਕੰਬਾਈਨ ਹੋ ਗਏ। ਸਰ ਨੁਕਸਾਨ ਵੀ ਤਾਂ ਕੰਬਾਈਨ ਹੋ ਗਏ। ਚਲੋ ਫਿਰ ਮੰਨ ਕੇ ਚਲੋ ਫਾਇਦੇ ਕੰਬਾਈਨ ਹੋ ਗਏ, ਦੈਟ ਇਜ਼ ਅ ਪੋਜ਼ਿਟਿਵ ਥਿੰਗ, ਔਰ ਨੁਕਸਾਨ ਹੈ ਜਿਹੜੇ ਉਹ ਥੋੜੇ ਘਟ ਵੀ ਗਏ, ਬਸ ਠੀਕ ਹੈ। ਇਸ ਤਰ੍ਹਾਂ ਚਲੋ ਇੱਕ ਨੁਕਸਾਨ ਤਾਂ ਇਹੀ ਮੇਨਲੀ ਕਰਪਸ਼ਨ ਹੈ, ਔਰ ਉਸ ਚੀਜ਼ ਨੂੰ ਇੰਡੀਆ ਵੀ ਚਲੋ ਖਤਮ ਕਰ ਰਿਹਾ ਹੈ ਕਿ ਜੋ ਰਹਿੰਦਾ ਖੁੰਦਾ ਪਬਲਿਕ ਸੈਕਟਰ ਦੇ ਵਿੱਚ ਚੱਲ ਰਿਹਾ ਸੀ ਸਿਸਟਮ, ਉਹਨੂੰ ਪ੍ਰਾਈਵੇਟ ਆਪਾਂ ਕਰ ਰਹੇ ਹਾਂ, ਔਰ ਚੱਲ ਰਿਹਾ ਆਪਣਾ ਸਿਸਟਮ ਪ੍ਰਾਈਵੇਟ ਕਰਨ ਦਾ। लोग कही जाते हैं सरकार ने ये बेचता वो बेचता, भाई प्राइवेट कर दिया, वो कह रही है कि अच्छे से चलेगा ये काम, लेकिन भाई क्या अच्छे से चलेगा?
सरकारी नौकरी तो मिल नहीं रही, प्रोडक्शन मान रहे हैं कि चलो बढ़ गई और लोगों को अच्छी चीज़ें मिलेंगी, सस्ती मिलेंगी। अरे भाई पैसा नहीं होगा तो फिर खरीदेंगे कहाँ से? काम तो है नहीं अभी भी लोगों के पास। तो कहने का मतलब ये है कि बस चलते रहो, सुनते रहो, जो है मस्त रहो, ठीक है, लेकिन अस्त व्यस्त मत रहो। अस्त रहो, व्यस्त रहो, मत जो भी है मस्त रहो बस कुल मिला के, ठीक है। वापस मुड़ते हैं, पंजाबी ਦੇ ਵਿੱਚ आ जाने, ठीक है। भावनाओं में बह जाता हूँ कभी कभी मैं, हिंदी भाषा की भावनाओं में, और कभी कभी तो कुल मिलाकर गल यह है बच्चा कि फायदे तो हैं, देखो दोनों के मैरिट हो गए। एंटरप्रेन्योर्स हैं ਜਿਹੜੇ ਉਹ ਫ੍ਰੀਲੀ मूव कर सकते हैं पूरे प्रॉफिट मैक्सिमाइजेशन के सिस्टम च। सोशल जस्टिस भी गवर्नमेंट आ जाऊगी, जिथे कितने वध घट हो रहा गवर्नमेंट आ जाऊगी और कहोगी कुछ हद तो ज़्यादा ਜਿਹੜੇ गलत काम नाल पैसा कमाने की कोशिश करते हैं लोग, उन्होंने ते नकेल कसी जाऊगी। और यही बचे सिस्टम है मिक्सड इकोनॉमी का। नुकसान की है बच्चे? नुकसान ये है कि जिन्ने फायदे ने वो सारे एक साइड ते ने, लेकिन जिन्ना हिस्सा गवर्नमेंट सोशलिस्ट इकोनॉमी ਨੂੰ फॉलो करने च लगा रही है उस पार्ट ते करप्शन बहुत हैवी हो रही है और प्रोडक्शन एफिशिएंसी जीरो। गवर्नमेंट कंपनी बच्चे देखो तुसी गल खुद दसो, जे गवर्नमेंट को पावर है, गवर्नमेंट सही सलामत है, तो BSNL जी अज एक गवर्नमेंट कंपनी है कि उन्होंने प्रॉफिट च लैके नहीं आता जा सकता। मैं BSNL के ऑफिस गया, अपने रीजनल ऑफिस लोकल दे विच, उत्थे AC उतारते 4 ਦੇ 4 एक रूम दे विचों। कस्टमर ने जिथे आके कस्टमर ने बैठना उठना, मैं क्या जी ये की कहते जी लॉस च चल रही है साडी कंपनी। सरकारां फिर यह बहाना लैके उसनूं सेल कर देणगियां प्राइवेट नूं, और जियो सब तो ज़्यादा प्रॉफिट च आई होप। क्यों है प्रॉफिट च मैनूं नहीं पता, तुसीं सोचना है। और बहुत ही चंद सालां दी ਇਹਦੀ एज है और बहुत पुराने प्लेयर्स ने ਜਿਹੜੇ एयरटेल हो गया फलाना तिमका जो भी नहीं, जिन्हें भी 18,000 करोड़ का लॉस होया सी ਜਦੋਂ जियो ने अपना सिस्टम। चलो बच्चे इन्होंने गल्लां च भावनावां च बह के कुछ नहीं मिलना। तो नुकसान यही है कि जो गवर्नमेंट फॉलो करती है सोशलिस्ट इकोनॉमी ਨੂੰ ਉਸ ਦੇ ਵਿੱਚ करप्शन आ जाती है और वो वाला पार्ट सब तो ज़्यादा कमज़ोर रह जाता है। और ग्रैजुअली पब्लिक सैक्टर हौली हौली प्राइवेट च शिफ्ट जे ना होया तो लॉस ह्यूज हो जाएंगे, बहुत ज़्यादा लॉस हो जाएंगे। ਉਹਦਾ हल यही है प्राइवेट प्राइवेट प्राइवेट, भाई प्राइवेट कर दो, तो भी कर ही रहे हैं लोग। तो बच्चे ਹੁਣ ਤੁਸੀਂ ਤਿੰਨ ਤਰ੍ਹਾਂ ਦੀਆਂ ਇਕਨੋਮੀ ਸਮਝ ਲਈਆਂ, ਕੈਪੀਟਲਿਸਟ, ਸੋਸ਼ਲਿਸਟ ਐਂਡ ਮਿਕਸਡ ਇਕਨੋਮੀ। ਤਾਂ ਉਸ ਤੋਂ ਬਾਅਦ ਬੱਚੇ ਡਾਇਰੈਕਟਿਵ ਪਲੈਨਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਡਾਇਰੈਕਸ਼ਨਸ ਦਿੰਦੇ ਹਾਂ ਅਸੀਂ। ਸਰ ਜਿਵੇਂ ਸੋਸ਼ਲਿਸਟ ਇਕਨੋਮੀ ਹੋ ਗਈ, ਡਾਇਰੈਕਸ਼ਨ ਉਹਦੇ ਵਿੱਚ ਦਿੱਤੀ ਜਾਊਗੀ। ਬੱਚੇ ਦੇਖੋ ਸੋਸ਼ਲਿਸਟ ਇਕਨੋਮੀ ਦੇ ਵਿੱਚ ਡਾਇਰੈਕਸ਼ਨ ਫੁੱਲੀ ਦਿੱਤੀ ਜਾਊਗੀ, ਲੇਕਿਨ ਮਿਕਸਡ ਇਕਨੋਮੀ ਦੇ ਵਿੱਚ ਡਾਇਰੈਕਸ਼ਨ ਜਿਹੜੀ ਹੈਗੀ ਹੈ वो प्राइवेट प्लेयर्स में दी जाऊगी कि भाई ज़्यादा पैसा आप कमा लो कोई बात नहीं, लेकिन किसी का नुकसान नहीं होना चाहिए, सोशल जस्टिस बरकरार रहना चाहिए, और आप समानता रखते हुए पैसा कमाओ, लूटो मत, पोल्यूशन मत करो, भाई नुकसान मत करो, ये सब चीज़ों ठीक है की बात कर रहा हूँ। तो डायरैक्टिव प्लैनिंग ਦੇ ਵਿੱਚ ਬੱਚੇ ਅਸੀਂ ਗੱਲ ਕਰਦੇ ਹਾਂ ਕਿ ਜਿਹਦੇ ਵਿੱਚ ਅਸੀਂ ਗਵਰਨਮੈਂਟ ਦੀ ਫਾਰਮ 'ਚ ਮਾਰਕੀਟ ਦੇ ਵਿੱਚ ਜੋ ਪਾਵਰਸ ਹੁੰਦੀਆਂ ਨੇ, डिमांड एंड सप्लाई, डिमांड एंड सप्लाई, डिमांड एंड सप्लाई, जितने आपस में डिमांड एंड सप्लाई मैच कर लिया उत्थे आपां कहने आ इक्विलिब्रियम बोलते हैं असीं। लेकिन बच्चे डिमांड एंड सप्लाई की जिहड़ी पावर्स ने इन्हां नूं भी डायरैक्ट करना पैंदा है। तो वो डायरैक्शन देनी भी किते यह डिमांड ते सप्लाई की जिहड़ी पावर्स नूं जे डायरैक्ट ना किया तो यह मनमौजी करके अपनी मर्जी नाल कुछ भी कर सकते हैं। फॉर एग्जाम्पल लोग दारू पीना चाहते हैं, डिमांड बहुत है लेकिन ठेके भी बहुत ने, लेकिन ठेके ते बहुत ज़्यादा टैक्स है, उसके हद च रह के फिर भी कुछ सिस्टम कंट्रोल च है। लोगों ने तो गेड़ियाँ मारनियाँ भाई, लोगों ने तो पेट्रोल फूकने, डीजल फूकने, पता नहीं की करना चाहते हैं लोग, पुठे सीधे काम। लेकिन बच्चे एक गवर्नमेंट ने सिस्टमाटाइज रखा होया सारा कि इस हद तक तुसी कर सकते हो, उस हद तो ज़्यादा करोगे बच्चे फिर तो नुकसानदायक गल हो जानी है ना। तो मन मर्जी करना शुरू कर सकता है यह डिमांड ते सप्लाई दी पावर्स। कोई बंदा जो यूपी की गल करते हैं उत्थे बच्चे सुपारी जिन्हों बोलते हैं असी, बड़ी डिमांड है और काम करने वाले बंदे भी है, बंदा मारता ये करता वो करता। चलो योगी राज है अभी थोड़ा कम हो गया है सिस्टम मर्डर वगैरह का, लेकिन पहले बहुत था। बच्चे जे डिमांड एंड सप्लाई दी गल्लां आपां खुलियां करन लग जाइए, जे इन्हां नूं कंट्रोल च ना करिए, डायरैक्शनस दे विच ना लैके आइए, तो फिर बच्चे अफीम, ओपीएम, नशा, चिट्टा, काला जो भी है, चिट्टे काले पीले नशे जो भी नहीं, ब्राउन लाल पीले, ये सारे नशे बच्चे खुले हो जाएंगे और है भी हैं और काफ़ी हद तक होर हो जाएंगे। हथियार भी खुले हो सकते हैं।
ਲੇਕਿਨ ਬੱਚੇ ਇਹ ਸਾਰੇ ਡਾਇਰੈਕਸ਼ਨਸ ਨੂੰ ਫੋਲੋ ਕਰਦੇ ਨੇ। ਡਾਇਰੈਕਟਿਵ ਪਲੈਨਿੰਗ ਦੇ ਅੰਡਰ ਆਉਂਦਾ ਹੈ, ਔਰ ਡਾਇਰੈਕਟਿਵ ਪਲੈਨਿੰਗ ਤੁਸੀਂ ਸਮਝ ਗਏ ਹੋਗੇ ਜਿਹਦੇ ਵਿੱਚ ਡਾਇਰੈਕਸ਼ਨ ਦੇਣਾ ਕਿ ਭਾਈ ਲਿਮਿਟ में रहो, लिमिट में। तो इस तरह की प्लैनिंग ਵਿੱਚ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਗਰੋਥ ਦੇ ਵਿੱਚ ਡਾਇਰੈਕਟ ਇਨਵੋਲਵ ਨਹੀਂ ਹੁੰਦੀ ਲਾਈਕ ਕੈਪੀਟਲਿਸਟ ਇਕੋਨਮੀ। साइड पे बैठ के ऑर्डर देती रहती है, अरे आपने काम करना है करते रहो, लेकिन ऐसे करो। एक सिस्टम बना दिए, रूल्स बना दिए, नॉर्म्स बना दिए, नियम बना दिए, आपको फॉलो करो भाई, पॉलिसीज को फॉलो करो, करते हो काम अपना, कोई बात नहीं है। प्राइवेट सैक्टर जड़ा हैगा उन्होंने डायरेक्शन देंगे असं डायरेक्टिव प्लानिंग कि भाई ये रूल्स हैं, ये करना है, ये नहीं करना है आपने, ये डूज हैं, ये डोंट्स हैं। लेकिन भाई कुछ भी करो, प्रॉफिट कितना मर्जी कमाओ, हम नहीं रोकते, लेकिन राष्ट्र का हित ध्यान में रखो, लोगों को लूटो मत, इतना भी मत लूटो कि चलो सहंदे सहंदे लुट लो, कहने का मतलब यही है। तो चलो जिमें मर्जी समझो, तो गल ये है भी देश का हित खराब नहीं होना चाहिए। और डायरैक्टिव प्लैनिंग जी हैगी है वो कैपिटलिस्ट इकोनॉमी दे विच फॉलो करते हैं असीं, इन्होंने चलो दस भी दिता इनडायरैक्टली तुहानूं, ठीक है, डायरैक्टली दसता। और इसे करके मैं तुहानूं पहला सारी इकोनॉमी समझाती हैं कैपिटलिस्ट वगैरह वगैरह। तुसीं मैनूं आगे पुछना सी सर व्हाट इज कैपिटलिस्ट इकोनॉमी। बच्चे कॉम्प्रीहेंसिव प्लैनिंग, कॉम्प्रीहेंसिव प्लैनिंग बच्चे दूसरे हथ असीं देखांगे कि विशाल प्लान योजना ਜਿਹਦੇ ਵਿੱਚ ਗਵਰਨਮੈਂਟ ਖੁਦ ਇਨਵੋਲਵ ਹੁੰਦੀ ਹੈ, ਪ੍ਰੋਡਕਸ਼ਨ ਦੇ ਵਿੱਚ ਇਨਵੋਲਵ ਹੁੰਦੀ ਹੈ, ਸਿਸਟਮ 'ਚ ਇਨਵੋਲਵ ਹੁੰਦੀ ਹੈ, ਗਰੋਥ 'ਚ ਇਨਵੋਲਵ ਹੁੰਦੀ ਹੈ, GDP ਨੂੰ ਐਕਸਲਰੇਟ। ਸਰ ਉਹਦਾ ਫਿਰ ਸੋਸ਼ਲਿਸਟ ਇਕੋਨਮੀ 'ਚ ਹੁੰਦਾ, ਯੈਸ। ਤਾਂ ਕੰਪਰੀਹੈਂਸਿਵ ਪਲੈਨਿੰਗ ਜਿਹੜੀ ਹੈਗੀ ਹੈ ਉਹਦੇ ਵਿੱਚ ਪ੍ਰਾਈਵੇਟ ਐਂਡ ਪਬਲਿਕ ਦੋਨੀ ਪਲੇਅਰਸ ਹੁੰਦੇ ਨੇ ਔਰ ਮਿਲ ਕੇ ਕੋ ਐਗਜ਼ਿਸਟ ਕਰਦੇ ਨੇ, ਠੀਕ ਹੈ। ਅਤੇ ਬੱਚੇ ਮਿਕਸਡ ਇਕੋਨਮੀ ਤੁਸੀਂ ਕਹਿ ਸਕਦੇ ਹੋ, ਸੋਸ਼ਲਿਸਟ ਇਕੋਨਮੀ ਵੀ ਕਹਿ ਸਕਦੇ ਹੋ, ਠੀਕ ਹੈ। ਇਕੱਲੀ ਸੋਸ਼ਲਿਸਟ ਇਕੋਨਮੀ ਤਾਂ ਅੱਜ ਦੇ ਟਾਈਮ 'ਚ ਕਿਸੇ ਵੀ ਕੰਟਰੀ 'ਚ ਹੈ ਨਹੀਂ, ਜਾਂ ਨਹੀਂ ਜੇ ਹੈਗੀ ਵੀ ਹੈ ਤਾਂ ਕਾਗਜ਼ਾਂ ਦੇ ਵਿੱਚ ਨਹੀਂ ਹੈਗੀ, ਗਰਾਊਂਡ ਲੈਵਲ 'ਤੇ ਭਾਵੇਂ ਹੋਵੇ, ਲੇਕਿਨ ਕਹਿ ਕੇ ਨਹੀਂ ਹੈ ਕਿ ਹੈ। ਮਤਲਬ ਹੁਣ ਕੰਟਰੀ ਦੇ ਵਿੱਚ ਕਿਹਾ ਜਾਂਦਾ ਹੈ ਵੀ ਲੋਕਤੰਤਰ ਹੈ, ਲੇਕਿਨ ਲੋਕਤੰਤਰ ਦਾ ਤਾਂ ਗਲਾ ਘੋਟਿਆ ਹੋਇਆ ਨਾ ਹਰ ਇੱਕ ਕੰਟਰੀ ਦੇ ਵਿੱਚ, ਕਹਿਣ ਨੂੰ ਹੀ ਹੈ ਲੋਕਤੰਤਰ, ਕਿਤੇ ਵੀ ਲੋਕਤੰਤਰ ਨਹੀਂ ਹੈ। ਇਨਡਾਇਰੈਕਟਲੀ ਤਾਨਾਸ਼ਾਹੀ ਚੱਲ ਰਹੀ ਹੈ, ਡਿਕਟੇਟਰਸ਼ਿਪ ਚੱਲ ਰਹੀ ਹੈ। ਤਾਂ ਬੱਚੇ ਇਹੀ ਬਸ ਅਸੀਂ ਕਹਾਂਗੇ ਕੰਪਰੀਹੈਂਸਿਵ ਪਲੈਨਿੰਗ 'ਚ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਅਲਾਊਡ ਹੈ, ਠੀਕ ਹੈ। ਡਾਇਰੈਕਟ ਪਾਰਟੀਸਪੇਸ਼ਨ ਗਵਰਨਮੈਂਟ ਦੀ ਹੈ, ਅੰਡਰ ਸੋਸ਼ਲਿਜ਼ਮ, ਅੰਡਰ ਮਿਕਸਡ ਇਕੋਨਮੀ ਬੱਚੇ ਅਸੀਂ ਪਲੈਨਿੰਗ ਕਰਦੇ ਹਾਂ। ਤਾਂ ਕੁੱਲ ਮਿਲਾ ਕੇ ਬੱਚੇ ਆਪਣੀ ਇੰਡੀਆ ਦੀ ਜਿਹੜੀ ਨੀਤੀ ਆਯੋਗ ਹੈ, ਜਿਹੜਾ ਇਸ ਵਕਤ ਇਹਦਾ ਨਾਮ ਚੇਂਜ ਹੋ ਗਿਆ ਫਰਵਰੀ 2015 ਵਿੱਚ, ਉਸ ਦੇ ਤਾਂ ਚਲੋ ਜਿਹੜੇ ਵੀ ਗੋਲ ਹੈ ਉਸ ਤੋਂ ਪਹਿਲਾਂ ਆਪਣੇ ਕੋਲ ਬੱਚੇ ਪਲੈਨਿੰਗ ਹੁੰਦੀ ਸੀ। ਤਾਂ ਦੋ ਤਰ੍ਹਾਂ ਦੇ ਗੋਲਸ ਹੁੰਦੇ ਆ ਆਪਣੇ ਕੋਲ, ਸ਼ਾਰਟ ਟਰਮ ਗੋਲਸ ਐਂਡ ਲੌਂਗ ਟਰਮ ਗੋਲਸ। ਤਾਂ ਇਹਨਾਂ ਨੇ ਬੱਚੇ ਇੱਕ ਟਰਮੀਨੋਲੋਜੀ ਦਿੱਤੀ ਹੈ, ਇਹ ਕਹਿੰਦੇ ਜੇ ਕੋਈ ਤੁਹਾਨੂੰ ਪੁੱਛੇ ਓਬਜੈਕਟਿਵਸ ਆਫ ਪਲੈਨਿੰਗ, ਕੀ ਪੁੱਛੇ ਤੁਸੀਂ ਬੋਲਿਆ ਸਰ ਓਬਜੈਕਟਿਵਸ ਆਫ ਪਲੈਨਿੰਗ, ਤਾਂ ਇਹਦਾ ਮਤਲਬ ਹੁੰਦਾ ਬੱਚੇ ਲੌਂਗ ਪੀਰੀਅਡ ਗੋਲਸ। ਇਹ ਲੌਂਗ ਪੀਰੀਅਡ ਗੋਲਸ ਦੀ ਗੱਲ ਕਰਦੇ ਹਾਂ, ਕਾਮਨ ਗੋਲਸ 5 ਈਅਰ ਪਲਾਨਸ ਦੀ ਗੱਲ ਕਰਦੇ ਹਾਂ। ਅੱਛਾ ਸਰ ਜੇ ਓਬਜੈਕਟਿਵਸ ਆਫ ਪਲੈਨਿੰਗ ਬੋਲਿਆ ਜਾਵੇ ਤਾਂ ਲੌਂਗ ਟਰਮਸ ਦੇ ਗੋਲਸ ਦੀ ਗੱਲ ਹੋ ਰਹੀ ਹੈ, ਬਿਲਕੁਲ ਬੱਚੇ। ਔਰ ਜੇ ਲਿਖਿਆ ਹੋਵੇ ਬੱਚੇ ऑब्जेक्टिव्स ऑफ प्लान्स, प्लैनिंग नहीं मैं बोलिया है, ऑब्जेक्टिव्स ऑफ प्लान्स, तो इन्हों असी कहने शॉर्ट पीरियड गोल्स या प्लान स्पैसीफिक। बस वैसे एक थोड़ी गल दसी है, बाद में तुसीं ये ना कहो भी सर सानूं दस्सना नहीं पॉइंट, ठीक है। तो बच्चे अगला पॉइंट यही है साडे कोल कि अलग अलग प्लान अलग अलग टाइम ते बनाए गए, उस टाइम जो जो जरूरतां सीगियां उस तरह के प्लान्स, हर एक प्लान दे अपने डिस्टिंक्ट ऑब्जेक्टिव्स ने, वक्रे वक्रे। और कोई ऐसा नहीं है कि एक प्लान का उद्देश है जो दूसरे प्लान के उद्देश नाल लड़ूगा, कॉन्ट्राडिक्ट करूगा, बल्कि कॉम्पलीमेंट करूगा, प्लस करूगा। मतलब एक प्लान च गरीबी हटाओ, दूसरे प्लान च रोजगार बढ़ाओ, तो दोनों आपस में जुड़ते हैं। इतना नहीं है कि एक प्लान दूसरे प्लान को कटूगा, विरोध करूगा, नो 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 नो, कॉन्ट्राडिक्ट नहीं करूगा, कॉम्पलीमेंट करूगा, जोड़ूगा, प्लस करूगा। तो बच्चे देश ਦੇ ਵਿੱਚ ਜਿਹੜੀਆਂ ਆਪਣੀਆਂ ਪਲੈਨਿੰਗ ਸੀਗੇ ਉਹਨਾਂ ਦੇ ਲੰਬੇ ਸਮੇਂ ਦੇ ਗੋਲਸ ਇਹੀ ਸੀਗੇ ਕਿ GDP ਦੀ ਗਰੋਥ ਹੋ ਜਾਵੇ। GDP ਦੀ ਗਰੋਥ ਦਾ ਮਤਲਬ ਹੈ ਦੇਸ਼ ਦੇ ਵਿੱਚ ਵਸਤੂਆਂ ਤੇ ਸੇਵਾਵਾਂ ਦਾ ਉਤਪਾਦ ਵਧੇ, ਪ੍ਰਤੀ ਵਿਅਕਤੀ ਆਮਦਨ ਵੱਧ ਜਾਵੇ, ਲੋਕ ਖੁਸ਼ਹਾਲ ਹੋਣ, ਲੋਕਾਂ ਕੋਲ ਪੈਸਾ ਹੋਵੇ, ਕਮਾਈ ਹੋਵੇ, ਰੁਜ਼ਗਾਰ ਹੋਵੇ, ਔਰ ਡਿਮਾਂਡ ਹੋਵੇ ਅੱਛੀ, ਔਰ ਅੱਛੀ ਸਪਲਾਈ ਹੋਵੇ, ਇੱਕ ਹਾਇਰ ਲੈਵਲ 'ਤੇ ਹੋਵੇ, ਸਟੈਂਡਰਡ ਆਫ ਲਿਵਿੰਗ ਲੋਕਾਂ ਦਾ ਹਾਈ ਹੋਵੇ। ਤਾਂ GDP ਦੀ ਗਰੋਥ ਕਰਨਾ ਬੱਚੇ ਸਾਡਾ ਬਹੁਤ ਬੜਾ ਉਦੇਸ਼ ਸੀਗਾ। ਔਰ ਹਰ ਇੱਕ ਪਲਾਨ ਦੇ ਵਿੱਚ ਅਸੀਂ ਇਹ ਟਾਰਗੇਟ ਰੱਖਿਆ ਕਿ
ਦੇਸ਼ ਦੇ ਵਿੱਚ ਸੰਸਾਧਨ ਵਧਣ, ਸਾਧਨ ਵਧਣ, ਪ੍ਰੋਡਕਟੀਵਿਟੀ ਵਧੇ, ਪ੍ਰੋਡਕਸ਼ਨ ਵਧੇ, ਨਵੀਂ ਟੈਕਨੋਲੋਜੀ ਆ ਜਾਵੇ ਔਰ GDP ਆਪਣੀ ਜਿਹੜੀ ਬਹੁਤ ਹੀ ਜ਼ਿਆਦਾ ਸਲੋ ਸੀਗੀ ਆਜ਼ਾਦੀ ਦੇ ਟਾਈਮ 'ਤੇ, ਉਹ GDP ਆਪਣੀ ਮੂਵ ਕਰਕੇ ਬਹੁਤ ਹੀ ਸਟਰੋਂਗ ਬਣ ਜਾਵੇ। ਨੰਬਰ 2 ਬੱਚੇ ਆਪਣੇ ਕੋਲ ਪੁਆਇੰਟ ਹੈ ਫੁੱਲ ਇੰਪਲੋਇਮੈਂਟ। ਬਹੁਤ ਕੋਸ਼ਿਸ਼ ਹੈ ਸਾਡੀ ਹਰ ਇੱਕ ਪਲਾਨ ਦੇ ਵਿੱਚ, ਅੱਜ ਵੀ ਕੋਸ਼ਿਸ਼ ਰਹਿੰਦੀ ਹੈ ਕਿ ਫੁੱਲ ਇੰਪਲੋਇਮੈਂਟ ਹੋ ਜਾਏ, ਲੇਕਿਨ ਬੱਚੇ ਪ੍ਰੋਡਕਸ਼ਨ, ਮਾਫੀ ਚਾਹੂੰਗਾ, ਪੋਪੂਲੇਸ਼ਨ ਇੰਨੀ ਜ਼ਿਆਦਾ ਵੱਧ ਰਹੀ ਹੈ ਔਰ ਇੰਨੀ ਸਪੀਡ ਨਾਲ ਵੱਧ ਰਹੀ ਹੈ ਕਿ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਆਪਣੀ ਰਿਸੋਰਸਿਸ 'ਤੇ, ਪਰੰਤੂ ਕੋਸ਼ਿਸ਼ ਅਸੀਂ ਫਿਰ ਵੀ ਕਰ ਰਹੇ ਹਾਂ। ਫੁੱਲ ਇੰਪਲੋਇਮੈਂਟ ਇੱਕ ਐਸੀ ਸਿਚੁਏਸ਼ਨ ਹੈ ਜਦੋਂ ਹਰ ਇੱਕ ਬੰਦਾ ਜੋ ਕੰਮ ਕਰਨ ਲਈ ਰੈਡੀ ਹੈ, ਚੱਲ ਰਹੇ ਰੇਟ 'ਤੇ, ਉਸ ਬੰਦੇ ਨੂੰ ਕੰਮ ਮਿਲ ਜਾਵੇ, ਉਹ ਬੰਦਾ ਵਿਹਲਾ ਨਾ ਰਹੇ। ਮਾਰਕੀਟ ਦੇ ਵਿੱਚ ਜੋ ਰੇਟ ਚੱਲ ਰਿਹਾ ਘੱਟੋ ਘੱਟ ਉਸ 'ਤੇ ਤਾਂ ਕੰਮ ਮਿਲੇ। ਹਾਂ, ਉਹਦੀ ਮਨ ਮਰਜ਼ੀ, ਮਨਪਸੰਦ ਰੇਟ 'ਤੇ ਨਾ ਮਿਲੇ, ਉਹ ਇੱਕ ਵੱਖਰਾ ਇਸ਼ੂ ਹੈ। ਤਾਂ ਅਸੀਂ ਬਹੁਤ ਜ਼ਿਆਦਾ ਜ਼ੋਰ ਲਾਇਆ ਕਿ ਕੰਮ ਮਿਲ ਜੇ ਹਰ ਇੱਕ ਬੰਦੇ ਨੂੰ, ਫੁੱਲ ਇੰਪਲੋਇਮੈਂਟ। ਹਰ ਇੱਕ ਪਲਾਨ ਦੇ ਵਿੱਚ ਅਸੀਂ ਬੇਸਿਕਸ ਦੇ ਵਿੱਚ ਇਹ ਗੱਲਾਂ ਸੋਚਦੇ ਸੀ ਜਾਂ ਚਾਹੁੰਦੇ ਸੀ, ਠੀਕ ਹੈ। ਤਾਂ ਫੁੱਲ ਇੰਪਲੋਇਮੈਂਟ ਦੇ ਵਿੱਚ ਅਸੀਂ ਇਨਕਲੂਸਿਵ ਗਰੋਥ, ਇਹ ਨਹੀਂ ਹੈਗਾ ਕਿ ਦੇਸ਼ ਦੇ ਵਿੱਚ ਅਮੀਰ ਲੋਕਾਂ ਨੂੰ ਕੰਮ ਮਿਲ ਜੇ, ਗਰੀਬਾਂ ਨੂੰ ਨਾ ਮਿਲੇ, ਠੀਕ ਹੈ। ਅੱਜ ਕੱਲ੍ਹ ਲੋਕ, ਅਮੀਰ ਲੋਕ PhD ਕਰ ਲੈਂਦੇ ਨੇ, ਪ੍ਰੋਫੈਸਰ ਬਣ ਜਾਂਦੇ ਨੇ, ਹਾਈ ਲੈਵਲ ਦੀ ਸਟੱਡੀ ਕਰ ਲੈਂਦੇ ਨੇ। ਮੈਂ ਨਹੀਂ ਕਹਿੰਦਾ ਹੈਗਾ ਕਿ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ, ਲੇਕਿਨ ਮੋਸਟ ਆਫ ਦੀ ਕੇਸਿਸ ਦੇ ਵਿੱਚ ਪੈਸੇ ਦੇ ਨਾਲ ਡਿਗਰੀ ਖਰੀਦ ਕੇ ਉਹ ਅੱਛੀ ਪੋਜੀਸ਼ਨਸ 'ਤੇ ਬੈਠ ਜਾਂਦੇ ਨੇ ਜਾਂ ਕਰਪਸ਼ਨ ਨੂੰ ਫੋਲੋ ਕਰਕੇ। ਔਰ ਗਰੀਬ ਇਨਸਾਨ, ਇੱਕ ਟੈਲੈਂਟਡ ਪਰਸਨ, ਚਲੋ ਮੈਂ ਨਹੀਂ ਕਹਿੰਦਾ ਤੁਹਾਨੂੰ, ਮੈਂ ਕਹਿੰਦਾ ਇਨਕਲੂਸਿਵ ਗਰੋਥ ਹੋਵੇ, ਜੋ ਟੈਲੈਂਟਡ ਹੈ ਉਹ ਅੱਗੇ ਆਉਣਾ ਚਾਹੀਦਾ, ਲੇਕਿਨ ਟੈਲੈਂਟ ਵੀ ਖਰੀਦਿਆ ਜਾਂਦਾ ਔਰ ਅਮੀਰ ਬੰਦਾ ਟੈਲੈਂਟ ਖਰੀਦ ਲੈਂਦਾ। ਜਾਂ ਤਾਂ ਕਹਿ ਲਓ ਅਮੀਰ ਬੰਦੇ ਕੋਲ ਪੈਸਾ ਵਿਹਲਾ, ਉਹਦਾ ਬੱਚਾ ਸਿੱਖ ਲੈਂਦਾ, ਔਰ ਗਰੀਬ ਇਨਸਾਨ ਜਿਹੜਾ ਹੈਗਾ ਉਹਦੇ ਕੋਲ ਰੋਟੀ ਦਾ ਹੱਲ ਪੂਰਾ ਕਰਨ ਲਈ ਨਹੀਂ ਹੈ, ਔਰ ਉਹ ਵਿਚਾਰਾ ਪੜੂਗਾ ਕੀ, ਕਿੱਥੋਂ ਪੜੂਗਾ ਕੀ, ਆਪਣਾ ਟੈਲੈਂਟ ਇਨਕਰੀਜ਼ ਕਰੂਗਾ। ਤਾਂ ਮੈਂ ਇਹਨਾਂ ਚੀਜ਼ਾਂ 'ਚ ਨਹੀਂ ਪੈਂਦਾ। ਮੈਂ ਕਹਿੰਦਾ ਇਨਕਲੂਸਿਵ ਗਰੋਥ ਹੋਵੇ, ਜਿੱਥੇ ਵੀ ਗਰੀਬੀ ਹੈ, ਬਿਨਾਂ ਕਿਸੇ ਕਾਸਟ ਸਿਸਟਮ ਨੂੰ ਦੇਖ ਕੇ, ਚਾਹੇ ਉਹ ਜਨਰਲ ਹੈ, ਚਾਹੇ ਉਹ ਵੀ ਵੈਸੇ ਜੋ ਵੀ ਹੈ, ਹਰ ਬੰਦੇ ਨੂੰ ਕੰਮ ਮਿਲਣਾ ਚਾਹੀਦਾ ਜੋ ਗਰੀਬ ਹੈ, ਔਰ ਜਿਸ ਕੋਲ ਕੰਮ ਹੈ ਅੱਛਾ ਹੈ, ਠੀਕ ਹੈ, ਲੇਕਿਨ ਇੱਕ ਮਿਨੀਮਮ ਲੈਵਲ ਹਰ ਇੱਕ ਇਨਸਾਨ ਨੂੰ ਹੋਣਾ ਚਾਹੀਦਾ। ਅੱਜ ਦੇ ਟਾਈਮ 'ਚ ਬੱਚੇ 15,000 ਸੈਲਰੀ ਇੱਕ ਮਜ਼ਦੂਰ ਦੀ ਘੱਟੋ ਘੱਟ ਹੋਣੀ ਚਾਹੀਦੀ ਹੈ ਇੱਕ ਮਹੀਨੇ ਦੀ, ਲੇਕਿਨ ਕਿਤੇ ਨਹੀਂ ਹੈ। ਹਾਂ, ਰੂਲਸ ਪਾਸ ਹੋਏ ਹੋਏ ਨੇ, ਬਹੁਤ ਕਹਿੰਦੇ ਆ ਗੌਰਮੈਂਟ ਸਕੀਮਸ ਬਣਾਉਂਦੀ ਹੈ, ਲੇਕਿਨ ਫੋਲੋ ਨਹੀਂ ਕਰਦੀ ਹੈਗੀ ਸਿਸਟਮ ਨੂੰ। ਇਸੇ ਤਰ੍ਹਾਂ ਫੁੱਲ ਇੰਪਲੋਇਮੈਂਟ ਦਾ ਅਸੀਂ ਜ਼ੋਰ ਲਗਾਉਂਦੇ ਰਹੇ, ਇਨਕਲੂਸਿਵ ਗਰੋਥ ਮੰਗ ਰਹੇ ਹਾਂ, ਮੋਰ ਐਂਡ ਮੋਰ ਪੀਪਲ ਜਿਹੜੇ ਹੈਗੇ ਨੇ ਉਹ ਗਰੋਥ 'ਚ ਇਨਵੋਲਵ ਹੋਣ, ਸਭ ਦਾ ਵਿਕਾਸ ਹੋਵੇ, ਕੋਸ਼ਿਸ਼ ਸਾਡੀ ਰਹਿੰਦੀ ਹੈ। ਫੁੱਲ ਇੰਪਲੋਇਮੈਂਟ ਮੈਂ ਤੁਹਾਨੂੰ ਦੱਸ ਚੁੱਕਿਆ, ਲੌਂਗ ਪੀਰੀਅਡ ਗੋਲ ਜਾਂ ਆਬਜੈਕਟਿਵ ਹੈ, ਔਰ ਇਹ ਆਬਜੈਕਟਿਵਸ ਆਫ ਪਲੈਨਿੰਗ ਨੇ, ING ਪਲੈਨਿੰਗ। ਇਕੁਇਟੇਬਲ ਐਂਡ ਡਿਸਟਰੀਬਿਊਸ਼ਨ ਔਰ ਇਕੁਇਟੀ। ਇਕੁਇਟੇਬਲ ਡਿਸਟਰੀਬਿਊਸ਼ਨ ਦਾ ਮਤਲਬ ਬੱਚੇ ਇਹ ਹੈ ਕਿ ਇੱਦਾਂ ਨਾ ਹੋਵੇ ਕਿ ਅਮੀਰ ਅਮੀਰ ਹੋ ਜਾਵੇ, ਗਰੀਬ ਗਰੀਬ ਹੋ ਜਾਵੇ। ਇਹ ਬਹੁਤ ਗਲਤ ਸਿਸਟਮ ਹੈ ਔਰ ਅੱਜ ਇਹ ਹੋ ਰਿਹਾ ਔਰ ਇਹੀ ਚੱਲਦਾ ਜਾ ਰਿਹਾ, ਔਰ ਕੈਪੀਟਲਿਸਟ ਇਕੋਨਮੀ 'ਚ ਵੀ ਇਹੀ ਹੋ ਰਿਹਾ। ਸੋਸ਼ਲਿਸਟ ਇਕੋਨਮੀ ਨੂੰ ਅਸੀਂ ਫੋਲੋ ਨਹੀਂ ਕਰ ਰਹੇ, ਫਿਰ ਗੌਰਮੈਂਟ ਕਰਪਟ ਹੋ ਜਾਂਦੀ ਹੈ, ਉਹਦੇ ਵਿੱਚ ਲੋਕਾਂ ਦਾ ਭਲਾ ਆਪਾਂ ਸੋਚਦੇ ਹਾਂ, ਕਰਦੇ ਵੀ ਹਾਂ, ਲੇਕਿਨ ਬੱਚੇ ਆਪਾਂ ਬਹੁਤ ਹੀ ਬੁਰੇ ਜਾਲ 'ਚ ਫਸੇ ਹੋਏ ਹਾਂ। ਇਸ ਤੋਂ ਵਿੱਚੋਂ ਅਸੀਂ ਜਿੰਨੀ ਜਲਦੀ ਹੋ ਸਕੇ ਉਹਨਾਂ ਸਾਨੂੰ ਨਿਕਲ ਜਾਣਾ ਚਾਹੀਦਾ ਹੈ। ਪਰ ਕੀ ਕਰੀਏ, ਇਕੁਇਟੇਬਲ ਡਿਸਟਰੀਬਿਊਸ਼ਨ ਦੀ ਗੱਲ ਕਰ ਰਹੇ ਹਾਂ। ਇਕੁਇਟੇਬਲ ਡਿਸਟਰੀਬਿਊਸ਼ਨ ਇਹੀ ਕਿ ਹਰ ਇੱਕ ਇਲਾਕਾ, ਪਿੰਡ ਨਹੀਂ, ਗਾਉਂ ਨਹੀਂ, ਮੈਂ ਇਕੱਲੇ ਪਿੰਡਾਂ ਦੀ ਨਹੀਂ ਗੱਲ ਕਰਦਾ, ਇਕੱਲੇ ਸ਼ਹਿਰਾਂ ਦੀ ਨਹੀਂ, ਦੋਨਾਂ ਦਾ ਵਿਕਾਸ ਹੋਣਾ ਚਾਹੀਦਾ, ਕਸਬਿਆਂ ਦਾ, ਟਾਊਨ ਦਾ। ਮੈਂ ਪਿੰਡ, ਚਲੋ ਗਾਉਂ ਹੈ ਨਾ, ਇੱਕ ਬੋਲ ਗਿਆ, ਕੋਈ ਚੱਕਰ ਨਹੀਂ। ਇਹ ਨਹੀਂ ਕਿ ਸ਼ਹਿਰਾਂ ਦਾ ਵਿਕਾਸ ਹੋ ਜੇ, ਪਿੰਡਾਂ ਦਾ ਨਾ ਹੋਵੇ, ਗੋਰਿਆਂ ਦਾ ਹੋ ਜੇ, ਕਾਲਿਆਂ ਦਾ ਨਾ ਹੋਵੇ, ਇੱਦਾਂ ਦੀਆਂ ਗੱਲਾਂ ਨਹੀਂ ਹੈਗੀਆਂ, ਠੀਕ ਹੈ। ਪੰਡਤਾਂ ਦਾ ਹੋ ਜੇ, ਸਭ ਦਾ ਵਿਕਾਸ ਹੋਵੇ ਔਰ ਬਰਾਬਰ ਹੋਵੇ, ਹਰ ਇਲਾਕੇ ਦਾ ਵਿਕਾਸ ਹੋਵੇ। ਇਹ ਨਹੀਂ ਹੈ ਕੁਛ ਮੁੱਠੀ ਭਰ ਲੋਕਾਂ ਦਾ ਵਿਕਾਸ ਹੋ ਗਿਆ, ਉਹ ਅਮੀਰ ਹੋ ਗਏ ਤਾਂ ਦੇਸ਼, ਇੱਦਾਂ ਨਹੀਂ ਹੈਗਾ। ਔਰ ਅੱਜ ਇੱਦਾਂ ਹੋ ਰਿਹਾ ਹੈ, ਕੁਛ ਮੁੱਠੀ ਭਰ ਲੋਕ ਨੇ ਜਿਹੜੇ ਪੂਰੀ ਦੁਨੀਆ ਨੂੰ ਚਲਾ ਰਹੇ ਨੇ, ਪੂਰੀ ਇੰਡੀਆ ਨੂੰ ਚਲਾ ਰਹੇ ਨੇ, ਪੂਰੇ ਸਿਸਟਮ ਨੂੰ ਆਪਰੇਟ ਕਰਨਾ ਚਾਹੁੰਦੇ ਨੇ। ਮੈਂ ਨਹੀਂ ਨਾਮ ਲੈ ਰਿਹਾ ਹੈਗਾ ਬਿਲ ਗੇਟਸ ਦਾ, ਨਾ, ਮੈਂ ਨਹੀਂ ਨਾਮ ਲੈ ਰਿਹਾ ਹੈਗਾ ਵਾਰਨ ਬਫੇਟ ਦਾ, ਮੈਂ ਨਹੀਂ ਨਾਮ ਲੈ ਰਿਹਾ ਇਲੌਨ ਮਸਕ ਦਾ। ਬਹੁਤ ਬੰਦੇ ਨੇ, ਬਹੁਤ ਬੰਦੇ ਨੇ, ਇਹ ਚਾਹੁੰਦੇ ਨੇ ਕਿ ਸਿਸਟਮ ਅਸੀਂ ਚਲਾਈਏ ਜਾਂ ਅਸੀਂ ਫੋਲੋ ਕਰੀਏ, ਠੀਕ ਹੈ। ਚਲੋ ਆਪਾਂ ਜ਼ਿਆਦਾ ਪਰਸਨਲ ਨਹੀਂ ਹੁੰਦੇ, ਵਾਪਸ ਮੁੜਦੇ ਹਾਂ ਇਕੁਇਟੇਬਲ ਡਿਸਟਰੀਬਿਊਸ਼ਨ 'ਤੇ। ਮਤਲਬ ਸੋਸਾਇਟੀ ਦੇ ਵਿੱਚ ਅਮੀਰ ਔਰ ਗਰੀਬ ਦਾ ਫਰਕ ਬਹੁਤ ਜ਼ਿਆਦਾ ਹੈ, ਉਹ ਜ਼ਿਆਦਾ ਨਾ ਹੋਵੇ, ਉਹ ਘਟਦਾ ਜਾਵੇ, ਬਹੁਤ ਛੋਟਾ ਹੋ ਜਾਵੇ। ਔਰ ਬੱਚੇ, ਕੋਈ ਆਪਣੀ ਗਲਤੀ ਨਾਲ ਗਰੀਬ ਹੈ, ਆਪਣੇ ਲੱਛਣਾਂ ਨਾਲ, ਆਪਣੇ ਗਲਤ ਕੰਮਾਂ ਨਾਲ ਗਰੀਬ ਹੈ, ਉਹ ਇੱਕ ਵੱਖਰੀ ਇਸ਼ੂ ਹੈ, ਲੇਕਿਨ ਹਰ ਇੱਕ ਬੰਦੇ ਨੂੰ ਮੌਕਾ ਤਾਂ ਮਿਲਣਾ ਚਾਹੀਦਾ ਹੈ। ਨਹੀਂ ਮਿਲ ਰਹੇ ਮੌਕੇ, ਔਰ ਇਸੀ ਵਜ੍ਹਾ ਨਾਲ ਲੋਕ ਬਾਹਰ ਜਾ ਰਹੇ ਨੇ। ਅੱਜ ਘੱਟੋ ਘੱਟ ਤੁਹਾਨੂੰ ਕਮਾਈ ਦੇ ਸਿਸਟਮ ਨੂੰ ਮਤਲਬ ਮੌਕੇ ਤਾਂ ਮਿਲ ਰਹੇ ਨੇ, ਤੁਹਾਡੇ ਕੋਲ ਆਪਣਾ ਘਰ, ਆਪਣੀ ਕਾਰ, ਆਪਣਾ ਸਿਸਟਮ, ਆਪਣਾ ਅੱਛਾ ਖਾਣਾ ਪੀਣਾ, ਉਰੇ ਤਾਂ ਸਟੈਂਡਰਡ ਆਫ ਲਿਵਿੰਗ ਵੀ, ਇੱਕ ਬੰਦਾ ਜੇ
400 ਰੁਪਏ ਦਿਹਾੜੀ ਵੀ ਜੇ 350 400 ਦਿਹਾੜੀ ਵੀ ਲੈਂਦਾ ਹੈ ਨਾ ਤਾਂ ਬੱਚੇ ਉਹਦਾ ਇੱਕ ਸਟੈਂਡਰਡ ਆਫ ਲਿਵਿੰਗ, ਲੋਅਰ ਸਟੈਂਡਰਡ ਆਫ ਲਿਵਿੰਗ ਵੀ ਆਈ ਥਿੰਕ ਫੋਲੋ ਨਹੀਂ ਹੋ ਸਕਦਾ, ਕਿਉਂਕਿ ਹੁਣ ਉਸਦੇ ਘਰ ਦੇ ਵਿੱਚ ਉਹਦਾ ਬੱਚਾ ਪੜ੍ਹੇ ਵੀ ਨਾ। ਗੌਰਮੈਂਟ ਕੀ ਫੈਸਿਲਿਟੀ ਦੇ ਰਹੀ ਹੈ, ਗवर्नमेंट किन्नी का हेल्प कर रही है। हाँ है स्कीमां 8वीं तक फ्री है वो, लेकिन इक्विटेबल ग्रोथ करने की कोशिश है। कोई भी बंदा जिसको 2 पैसे होने कदे भी अपना बच्चा सरकारी स्कूल के नहीं पढ़ाता, वो फिर भी प्राइवेट स्कूल से जाता है, शिफ्ट होता है। लेकिन टॉपर्स गवर्नमेंट कॉलेज चो निकलते हैं, गवर्नमेंट स्कूल के निकलते हैं, जो अपने अंदरों खुद पढ़ते हैं सिस्टम। एक कोशिश चाहिए है कि अलग अलग एरिया, अलग अलग सैक्शन, अलग अलग जियोग्राफिकल एरियाज ਦੇ ਵਿੱਚ, ਰੀਜਨਸ ਦੇ ਵਿੱਚ ਸਭ ਦਾ ਵਿਕਾਸ ਹੋਵੇ। ਵਿਕਾਸ ਦੇ ਵਿੱਚ ਸਭ ਨੂੰ ਸ਼ਮੂਲੀਅਤ ਦਿੱਤੀ ਜਾਵੇ। ਇਹ ਨਹੀਂ ਕਿ ਗੋਆ ਵਿਕਾਸ ਕਰ ਰਿਹਾ ਹੈ, ਚੰਡੀਗੜ੍ਹ ਵਿਕਾਸ ਕਰ ਰਿਹਾ ਹੈ, ਦਿੱਲੀ ਦੀ ਤਰੱਕੀ ਹੈ ਲੇਕਿਨ ਉਹਦੇ ਆਲੇ ਦੁਆਲੇ ਪਿੰਡਾਂ ਦਾ ਜਲੂਸ ਨਿਕਲਿਆ ਪਿਆ, ਉਹ ਚੀਜ਼ ਨਹੀਂ ਬਚੇ। ਇਕੁਇਟੇਬਲ ਡਿਸਟ੍ਰੀਬਿਊਸ਼ਨ ਮਤਲਬ ਸਭ ਦੀ ਇਨਕਮ ਇੱਕ ਮਿਨੀਮਮ ਲੈਵਲ ਤੱਕ ਹੋਵੇ। ਬਹੁਤ ਗਰੀਬੀ, ਕੱਪੜਾ, ਮਕਾਨ, ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਵੀ ਲੋਕਾਂ ਨੂੰ ਆਰਾਮ ਨਾਲ, ਇਕੁਇਟੇਬਲ ਡਿਸਟ੍ਰੀਬਿਊਸ਼ਨ ਹੋਵੇ, ਇਕੁਇਟੇਬਲ ਸਮਾਨਤਾ। ਲੌਂਗ ਟਰਮ ਆਬਜੈਕਟਿਵ ਜਿਹੜੇ ਗੋਲ ਨੇ ਉਹ 'ਚ ਮੋਡਰਨਾਈਜੇਸ਼ਨ ਦੀ ਗੱਲ ਕਰਦੇ ਹਾਂ। ਅੱਜ ਦੇ ਟਾਈਮ ਦੇ ਵਿੱਚ ਬੱਚੇ ਮੋਡਰਨਾਈਜੇਸ਼ਨ, ਟੈਕਨੋਲੋਜੀ ਦਾ ਯੁੱਗ ਹੈ। ਸਭ ਤੋਂ ਅਮੀਰ ਕੰਟਰੀਜ਼ ਜਿਹੜੇ ਨੇ ਉਹ ਟੈਕ ਦੇ ਵਿੱਚ ਅੱਗੇ ਹੈ, ਟੈਕਨੋਲੋਜੀ ਦੇ ਵਿੱਚ ਬਹੁਤ ਅੱਗੇ ਨੇ। ਔਰ ਬੱਚੇ ਅੱਜ ਦਾ ਟਾਈਮ ਜਿਹੜਾ ਕੰਟਰੀ ਟੈਕਨੋਲੋਜੀ ਦੇ ਵਿੱਚ ਅੱਗੇ ਹੈ ਉਹ ਰਿਚ ਹੈ, ਕਿਉਂਕਿ ਉਹ ਟੈਕਨੋਲੋਜੀ ਦੇ ਕੇ ਪੈਸਾ ਅਰਨ ਕਰ ਰਹੇ ਹਨ। ਤਾਂ ਮੋਡਰਨਾਈਜੇਸ਼ਨ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਅਪਡੇਟ ਰਹਿਣ ਦੀ ਜ਼ਰੂਰਤ ਹੈ ਔਰ ਨਵੀਂ ਨਵੀਂ ਟੈਕਨੋਲੋਜੀ ਨੂੰ ਫੋਲੋ ਕਰਨ ਦੀ ਜ਼ਰੂਰਤ ਹੈ। ਇੰਡੀਆ ਦੇ ਵਿੱਚ ਕੰਪਿਊਟਰ, ਸੁਪਰ ਕੰਪਿਊਟਰ ਟੈਕਨੋਲੋਜੀ ਹਰ ਇੱਕ ਫੀਲਡ 'ਚ ਯੂਜ਼ ਕਰਦੇ ਹਾਂ ਅਸੀਂ। ਡਾਕਟਰ, ਵਕੀਲ, ਸਕੂਲ, ਕਾਲਜ। ਅੱਜ ਮੈਂ ਵੀ ਤੁਹਾਨੂੰ ਇਸ ਟੈਕਨੋਲੋਜੀ ਦੇ ਨਾਲ ਟੀਚ ਕਰ ਰਹੇ ਹਾਂ। ਦੇਖੋ ਠੀਕ ਹੈ, ਇਹ ਟੈਕਨੋਲੋਜੀ ਹੈ। ਤਾਂ ਟੈਕਨੋਲੋਜੀ ਦੇ ਨਾਲ ਐਡਹੀਰੈਂਸ ਰੱਖਣੀ, ਲਗਾਵ ਰੱਖਣਾ, ਪਿਆਰ ਰੱਖਣਾ ਬਹੁਤ ਜ਼ਰੂਰੀ ਹੈ। ਇਨੋਵੇਟਿਵ ਟੈਕਨੋਲੋਜੀ ਦੇ ਨਾਲ ਬੱਚੇ ਦੇਸ਼ ਦਾ ਵਿਕਾਸ ਹੁੰਦਾ, ਤਰੱਕੀ ਹੁੰਦੀ ਹੈ, ਕੰਮ ਕਰਨ ਦੀ ਸਪੀਡ ਇਨਕਰੀਜ਼ ਹੁੰਦੀ ਹੈ, ਕੰਮ ਦੀ ਸਪੀਡ ਵੱਧਦੀ ਹੈ। ਅੱਜ ਕੱਲ੍ਹ IT ਰੈਵੋਲਿਊਸ਼ਨ ਚੱਲ ਰਿਹਾ, ਇਨਫੋਰਮੇਸ਼ਨ ਟੈਕਨੋਲੋਜੀ ਰੈਵੋਲਿਊਸ਼ਨ, ਠੀਕ ਹੈ। ਜੇ ਇਹੀ ਰੈਵੋਲਿਊਸ਼ਨ ਸਾਡੇ ਇੰਡੀਆ 'ਚ ਹੁੰਦਾ, ਸਾਨੂੰ ਬਾਹਰੋਂ ਚੀਜ਼ਾਂ ਇੰਪੋਰਟ ਨਾ ਕਰਨੀਆਂ ਪੈਂਦੀਆਂ। ਚਾਈਨਾ ਸਾਨੂੰ ਬਹੁਤ ਚੀਜ਼ਾਂ ਦੇ ਰਿਹਾ, ਸਾਨੂੰ ਇੰਪੋਰਟ ਕਰਨਾ ਪੈ ਰਿਹਾ। ਤਾਂ ਬੱਚੇ ਸਾਡੇ ਗ੍ਰੀਨ ਰੈਵੋਲਿਊਸ਼ਨ ਕੋਸ਼ਿਸ਼ ਕੀਤੀ 1965 'ਚ ਅਸੀਂ ਬਹੁਤ ਕੋਸ਼ਿਸ਼ ਕੀਤੀ ਕਿ ਅਸੀਂ ਦੇਸ਼ ਦੀ ਪੈਦਾਵਾਰ ਵਧਾ ਦਈਏ, ਲੇਕਿਨ ਅੱਜ ਵੀ ਅਸੀਂ ਚਾਈਨਾ ਦੇ ਬਰਾਬਰ ਨਹੀਂ ਹੈਗੇ ਕਿਤੇ। ਅੱਜ ਅਸੀਂ ਆਪਣੀ 1 ਹੈਕਟੇਅਰ ਜ਼ਮੀਨ ਦੇ ਵਿੱਚੋਂ, ਭੂਮੀ ਦੇ ਵਿੱਚੋਂ ਜਸਟ 600-700 ਕਿਲੋ ਕਣਕ, ਚਾਵਲ ਉਗਾ ਰਹੇ ਨੇ, ਲੇਕਿਨ ਉਹ ਹਲੇ ਵੀ ਸਾਡੇ ਤੋਂ 5-5, 6-6 ਗੁਣਾ, 3-3000, 3200, 3500 ਕਿਲੋ ਉਨੀ ਹੋਈ ਜ਼ਮੀਨ ਦੇ ਵਿੱਚੋਂ ਪੈਦਾਵਾਰ ਕਰ ਦਿੰਦੇ ਨੇ। ਉਹ ਮਾਡਰਨ ਨੇ ਸਾਡੇ ਤੋਂ ਬਹੁਤ ਜ਼ਿਆਦਾ, ਹਰ ਇੱਕ ਚੀਜ਼ 'ਚ ਮਾਡਰਨ ਨੇ। ਉਹਨਾਂ ਕੋਲ ਬਹੁਤ ਅੱਛੀ ਮਸ਼ੀਨਸ ਨੇ, ਟੈਕਨੋਲੋਜੀਸ ਨੇ। ਸਰ ਮੰਗਾ ਲਓ ਉਹਨਾਂ ਤੋਂ। ਬੱਚੇ ਇੰਪੋਰਟ ਕਰਿਆ, ਫਿਰ ਸਾਡਾ ਪੈਸਾ ਖਤਮ, ਫਿਰ ਉਧਰ ਗਿਆ। ਇੰਡੀਆ 'ਚ ਇਹ ਚੀਜ਼ ਚਾਹੀਦੀ ਹੈ। ਮਾਡਰਨ ਏਜ ਹੈ, ਸਾਇੰਸ ਦਾ, ਇਨੋਵੇਸ਼ਨ ਦਾ ਟਾਈਮ ਹੈ। ਹਰ ਇੱਕ ਬੰਦੇ ਨੂੰ ਇਹ ਚੀਜ਼ ਨੂੰ ਫੋਲੋ ਕਰਨਾ ਚਾਹੀਦਾ ਹੈ। ਕਿਸਾਨਾਂ ਨੂੰ ਫੋਲੋ ਕਰਨਾ ਚਾਹੀਦਾ, ਡਾਕਟਰਸ ਨੂੰ, ਫੈਕਟਰੀਜ਼ 'ਚ ਫੋਲੋ ਕਰਨਾ ਚਾਹੀਦਾ। ਗ੍ਰੀਨ ਰੈਵੋਲਿਊਸ਼ਨ ਠੀਕ ਹੈ, ਲੇਕਿਨ ਕਾਫੀ ਹੱਦ ਤੱਕ ਅਸੀਂ ਪਹਿਲਾਂ ਨਾਲੋਂ ਉੱਚੇ ਉੱਠ ਗਏ, ਲੇਕਿਨ ਫਿਰ ਵੀ ਅਸੀਂ ਹਲੇ ਵੀ ਡਿਵੈਲਪਡ ਕੰਟਰੀਜ਼ ਤੋਂ ਬਹੁਤ ਪਿੱਛੇ ਹਾਂ। ਓਕੇ, ਮਾਡਰਨਾਈਜੇਸ਼ਨ ਸਰ ਸਾਡਾ ਪੂਰਾ ਜ਼ੋਰ ਲੱਗਿਆ ਵੀ ਮਾਡਰਨਾਈਜੇਸ਼ਨ ਅਸੀਂ ਚਾਹੁੰਦੇ ਹਾਂ ਵੀ ਲੈ ਕੇ ਆਤਾ ਜਾਵੇ। ਇੰਡੀਆ ਦੇ ਪਲਾਨਸ ਦਾ ਮੇਨ ਪਾਰਟ ਸੀ ਇਹ। ਸੋਸ਼ਲ ਐਂਗਲ ਤੋਂ ਵੀ ਦੇਖ ਰਹੇ ਹਾਂ, ਕਮਰਸ਼ੀਅਲ ਐਂਗਲ ਤੋਂ ਵੀ ਦੇਖ ਰਹੇ ਹਾਂ, ਇਕਨੋਮਿਕਲ ਐਂਗਲ ਤੋਂ ਵੀ ਦੇਖ ਰਹੇ ਹਾਂ। ਸਸਤਾ ਪੈਣਾ ਹੈ, ਕਿਆ ਪੈਸਾ ਵੀ ਕਮਾਇਆ ਜਾ ਸਕਦਾ ਕਾਫੀ ਅੱਛੇ ਟੈਕਨੋਲੋਜੀ ਦੇ ਨਾਲ। ਠੀਕ ਹੈ, ਤੁਸੀਂ ਆਪਣੀ ਪਰੰਪਰਾਗਤ ਬੁੱਧੀ ਨਾਲ ਕੰਮ ਕਰ ਰਹੇ ਹੋ, ਠੀਕ ਹੈ, ਬੈਲ ਜੋਤ ਰਹੇ ਹੋ, ਠੀਕ ਹੈ, ਉਹ ਸਭ ਚੀਜ਼ਾਂ ਠੀਕ ਨੇ, ਲੇਕਿਨ ਉਸ ਦੇ ਨਾਲ ਟੈਕਨੋਲੋਜੀ ਨੂੰ ਵੀ ਫੋਲੋ ਕਰੋ। 5ਵਾਂ ਪੁਆਇੰਟ ਬੱਚੇ ਆਪਣੇ ਕੋਲ ਹੈ ਲੌਂਗ ਟਰਮ ਜਿਹੜੇ ਗੋਲ ਨੇ, ਸੈਲਫ ਸਫੀਸ਼ੀਐਂਸੀ। ਸਾਨੂੰ ਕਿਸੇ ਦੂਸਰੀ ਕੰਟਰੀ ਦੇ ਕੰਨੀ ਦੇਖਣ ਦੀ ਜ਼ਰੂਰਤ ਨਾ ਪਵੇ। ਕਿਸੇ ਚੀਜ਼ ਦੀ ਜੇ ਜ਼ਰੂਰਤ ਪਵੇ ਸਾਨੂੰ, ਸਾਡੇ ਕੋਲ ਕਦੇ ਕਣਕ ਘੱਟ ਜਾਂਦੀ ਹੈ, ਕਦੇ ਚੀਨੀ ਘੱਟ ਜਾਂਦੀ ਹੈ, ਕਦੇ ਪਿਆਜ਼ ਵੀ ਸਾਨੂੰ ਇੰਪੋਰਟ ਕਰਨਾ ਪੈਂਦਾ। ਟੈਕਨੋਲੋਜੀ ਤਾਂ ਅਸੀਂ ਕਰ ਹੀ ਰਹੇ ਹਾਂ। ਸਾਨੂੰ ਬੇਸਿਕ ਇਹ ਚੀਜ਼ਾਂ, ਮਸ਼ੀਨ ਹੋ ਗਈ ਜਾਂ ਕੋਈ ਵੀ ਚੀਜ਼ ਹੋ ਗਈ, ਇੰਡੀਆ ਦੇ ਵਿੱਚ ਹੀ ਪ੍ਰੋਡਕਸ਼ਨ ਹੋਣੀ ਚਾਹੀਦੀ ਸਾਡੀ। ਪੁਰਾਣੇ ਟਾਈਮ 'ਚ ਤਾਂ ਅਸੀਂ ਅਨਾਜ ਵੀ ਬਾਹਰੋਂ ਇੰਪੋਰਟ ਕਰਿਆ ਸੀਗਾ। ਅਸੀਂ ਇੰਨੇ ਸਫੀਸ਼ੀਐਂਟ ਨਹੀਂ ਸੀਗੇ ਕਿ ਆਪਣੇ ਘਰੋਂ ਹੀ ਸਾਰਾ ਕੁਛ ਪੂਰਾ ਕਰ ਲਈਏ। ਸੈਲਫ ਸਫੀਸ਼ੀਐਂਸੀ, ਦੂਜਿਆਂ 'ਤੇ ਡਿਪੈਂਡ ਨਾ ਹੋਣਾ ਅਨਾਜ ਲਈ, ਕਿਸੇ ਵੀ ਚੀਜ਼ ਲਈ। ਚਲੋ ਟੈਕਨੋਲੋਜੀ ਲਈ ਅੱਜ ਅਨਾਜ ਸਾਡੇ ਕੋਲ ਪ੍ਰੋਪਰ ਹੈ, ਸਾਡੇ ਗੋਦਾਮ ਭਰੇ ਪਏ ਨੇ, ਬਲਕਿ ਖਰਾਬ ਹੋ ਰਿਹਾ, ਸੜ ਰਿਹਾ ਅਨਾਜ। ਚਲੋ ਕੋਈ ਗੱਲ ਨਹੀਂ ਸਰ, ਬੱਚੇ ਕੋਈ ਗੱਲ ਨਹੀਂ। ਟੈਕਨੋਲੋਜੀ ਅੱਜ ਇੰਪੋਰਟ ਕਰ ਰਹੇ ਹਾਂ ਅਸੀਂ, ਚਲੋ ਅਨਾਜ ਨਹੀਂ ਕਰ ਰਹੇ, ਲੇਕਿਨ ਅਸੀਂ ਉਸ ਟਾਈਮ ਜਿਹੜੇ ਸਾਡੇ ਪਲਾਨ ਸੀਗੇ, ਅਸੀਂ ਅਨਾਜ ਦੇ ਵਿੱਚ ਸੈਲਫ ਸਫੀਸ਼ੀਐਂਸੀ ਚਾਹੁੰਦੇ ਸੀ। ਚਲੋ ਅੱਜ ਅਸੀਂ ਕਰਨ ਦੀ ਕੋਸ਼ਿਸ਼ ਕੀਤੀ। ਇਹ ਗੋਲ ਸੀ ਜਿਹੜਾ ਫਸਟ 7 ਪਲਾਨ ਦੇ ਵਿੱਚ ਬਹੁਤ ਜ਼ਿਆਦਾ ਅਸੀਂ ਜ਼ੋਰ ਲਗਾਇਆ ਹੋਇਆ ਸੀਗਾ। अनाज में हम आत्मनिर्भर हो जाएं,
ਸਫੀਸ਼ੀਐਂਟ ਹੋ ਜਾਏ, ਬਸ ਕਿਆ ਹਿੰਦੀ ਬੋਲ। ਤਾਂ ਬੇਸਿਕ ਆਈਡੀਆ ਵਿੱਚ ਇਹੀ ਸੀਗਾ ਕਿ ਪੋਲੀਟੀਕਲ ਪ੍ਰੈਸ਼ਰ ਵਾਰ ਵਰਲਡ ਦੇ ਉੱਤੇ, ਆਊਟ ਆਫ ਦਾ ਇੰਡੀਆ, ਰੈਸਟ ਆਫ ਦੀ ਵਰਲਡ ਜੋ ਕੰਟਰੀਜ਼ ਨੇ ਉਹਨਾਂ ਦੇ ਉੱਤੇ ਸਾਨੂੰ ਡਿਪੈਂਡ ਨਾ ਹੋਣਾ ਪਵੇ, ਠੀਕ ਹੈ। ਕਿਉਂਕਿ ਬੱਚੇ ਸਾਨੂੰ ਧਮਕੀ ਵੀ ਮਿਲੀ ਸੀ 1965 ਦੇ ਵਿੱਚ, ਜਦੋਂ USA ਨੇ ਸਾਨੂੰ ਕਿਹਾ ਸੀ ਕਿ ਅਸੀਂ ਤੁਹਾਨੂੰ ਅਨਾਜ ਨਹੀਂ ਦੇਣਾ ਜੇ ਤੁਸੀਂ ਪਾਕਿਸਤਾਨ ਨਾਲ ਲੜਾਈ ਬੰਦ ਨਹੀਂ ਕਰੋਗੇ। ਉਹ ਦੇਖੋ ਬੱਚੇ, ਇੱਦਾਂ ਦੀਆਂ ਧਮਕੀਆਂ ਜੇ ਮਿਲਣ ਫਿਰ ਅਸੀਂ ਭੁੱਖੇ ਮਰੀਏ, ਮਤਲਬ ਉਧਰੋਂ ਅਨਾਜ ਨਾ ਮਿਲੇ, ਪਾਕਿਸਤਾਨ ਨਾਲ ਅਸੀਂ ਲੜੀਏ ਨਾ। ਅੱਜ ਸਾਨੂੰ ਕੋਈ ਕਹੇ ਵੀ, ਅੱਜ ਸਾਨੂੰ ਕੁਛ ਕਹਿ ਨਹੀਂ ਸਕਦਾ। ਕੋਈ ਬੰਦਾ ਕਹੇ ਅਸੀਂ ਪਾਕਿਸਤਾਨ ਨਾਲ ਲੜ ਰਹੇ ਹਾਂ ਇੰਡੀਆ ਵਾਲੇ, ਵੀ ਤੁਸੀਂ ਉਹਨਾਂ ਨਾਲ ਲੜੋ, ਤਾਂ ਅਸੀਂ ਥੋੜ੍ਹਾ ਕੀ ਬੰਦ ਕਰ ਲਾਂਗੇ। ਅਸੀਂ ਖੁਦ ਹੀ ਕਹਿ ਰਹੇ ਹਾਂ ਵੀ ਚਲੋ ਬੰਦ ਹੋਵੇ ਇੰਪੋਰਟ ਬਾਹਰਲੀ ਕੰਟਰੀ ਦਾ, ਉਹਨਾਂ ਦਾ ਐਕਸਪੋਰਟ ਸਾਡੇ ਕੋਲ ਘੱਟ ਆਵੇ। ਇੰਡੀਆ ਆਪਣੇ ਆਪ 'ਚ ਸੈਲਫ ਸਫੀਸ਼ੀਐਂਟ ਹੋਣਾ ਚਾਹੁੰਦਾ ਸੀ ਅਨਾਜ ਦੇ ਵਿੱਚ, ਠੀਕ ਹੈ, ਤਾਂ ਕਿ ਕੱਲ੍ਹ ਨੂੰ ਕੋਈ ਅਨਸਰਟੇਨਿਟੀਜ਼ ਹੈ, ਅਨਿਸ਼ਚਿਤਤਾਵਾਂ ਫੈਲਦੀਆਂ ਨੇ, ਉਹਨਾਂ ਨੂੰ ਕਾਬੂ ਕੀਤਾ ਜਾ ਸਕੇ, ਖਤਮ ਕੀਤਾ ਜਾ ਸਕੇ, ਠੀਕ ਹੈ ਬੱਚੇ। ਓਕੇ, ਤਾਂ ਸ਼ਾਰਟ ਪੀਰੀਅਡ ਗੋਲਸ, ਲੌਂਗ ਪੀਰੀਅਡ ਗੋਲ ਆਪਣੇ ਖਤਮ ਹੋ ਚੁੱਕੇ। ਸ਼ਾਰਟ ਪੀਰੀਅਡ ਗੋਲ ਬੱਚੇ, ਸ਼ਾਰਟ ਪੀਰੀਅਡ ਗੋਲ ਹਰ ਇੱਕ ਪਲਾਨ ਦਾ ਆਪਣਾ ਵੱਖਰਾ ਵੱਖਰਾ ਸੀਗਾ। ਜੇ ਆਪਾਂ ਗੱਲ ਕਰੀਏ ਜਿਹੜਾ ਆਪਣਾ ਫਸਟ ਪਲਾਨ ਸੀਗਾ, ਉਹ ਫਸਟ ਪਲਾਨ 'ਚ ਅਸੀਂ ਜਿਸ ਚੀਜ਼ 'ਤੇ ਜ਼ਿਆਦਾ ਜ਼ੋਰ ਪਾਇਆ ਹੋਇਆ ਸੀਗਾ ਕਿ ਇੰਡੀਆ ਦੇ ਵਿੱਚ ਅਨਾਜ ਦੀ ਜਿਹੜੀ ਸ਼ਾਰਟੇਜ ਆ ਉਹ ਨਾ ਰਹੇ, ਕਮੀ ਨਾ ਰਹੇ, ਤਾਂ ਪੂਰਾ ਸਾਡਾ ਖੇਤੀਬਾੜੀ ਨੂੰ ਉੱਪਰ ਚੱਕਣ ਦੇ ਉੱਤੇ ਜ਼ੋਰ ਲੱਗਿਆ ਸੀ ਫਸਟ ਪਲਾਨ ਦੇ ਵਿੱਚ, ਠੀਕ ਹੈ। ਇਹ ਪ੍ਰਿੰਸੀਪਲ ਆਬਜੈਕਟਿਵ ਸੀਗਾ ਸਾਡਾ ਫਸਟ ਪਲਾਨ ਦਾ। ਓਕੇ ਸਰ, ਫੂਡ ਗ੍ਰੇਨ, ਸੈਲਫ ਸਫੀਸ਼ੀਐਂਸੀ ਔਰ ਐਗਰੀਕਲਚਰ ਨੂੰ ਪ੍ਰਮੋਟ ਕਰਨਾ। ਜਦੋਂ ਅਸੀਂ ਬੱਚੇ ਆਪਣੇ ਪਹਿਲੇ ਪਲਾਨ 'ਚ ਕਾਫੀ ਹੱਦ ਤੱਕ ਠੀਕ ਰਹੇ, ਕਾਮਯਾਬ ਰਹੇ, ਜੋਸ਼ੀਲੇ ਤਰੀਕੇ ਨਾਲ ਅਸੀਂ ਉਹਨੂੰ ਅਚੀਵ ਕੀਤਾ, ਐਂਥੂਜ਼ੀਐਸਟਿਕ ਮਤਲਬ ਜੋਸ਼ੀਲੇ ਤਰੀਕੇ ਨਾਲ ਅਸੀਂ ਉਹਨੂੰ ਪ੍ਰਾਪਤ ਕੀਤਾ ਫਸਟ ਪਲਾਨ ਨੂੰ, ਤਾਂ ਸਾਡੇ ਪਲੈਨਟਸ ਜਿਹੜੇ ਉਹ ਖੇਤੀਬਾੜੀ ਤੋਂ ਸ਼ਿਫਟ ਹੋ ਕੇ ਇੰਡਸਟਰੀ ਵੱਲ ਚਲੇ ਗਏ, ਇੰਡਸਟਰੀ ਦੀ ਗਰੋਥ ਵੱਲ ਚਲੇ ਗਏ, ਔਰ ਉਹਨਾਂ ਨੇ ਇੰਡਸਟਰੀ ਦੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਨ ਬਾਰੇ ਬਹੁਤ ਜ਼ੋਰ ਲਾਇਆ ਸੈਕਿੰਡ ਪਲਾਨ ਦੇ ਵਿੱਚ। ਓਕੇ ਬੱਚੇ, ਥਰਡ ਪਲਾਨ ਦੇ ਵਿੱਚ ਅਸੀਂ ਸੈਲਫ ਸਫੀਸ਼ੀਐਂਸੀ ਫੂਡ ਗ੍ਰੇਨ 'ਤੇ ਜ਼ੋਰ ਪਾਇਆ ਕਿ ਸਾਡੇ ਇੰਡੀਆ ਦੇ ਵਿੱਚ ਇੰਨਾ ਅਨਾਜ ਹੋਵੇ ਕਿ ਸਾਨੂੰ ਕਿਸੇ ਦੂਸਰੀ ਕੰਟਰੀ ਤੋਂ ਇੰਪੋਰਟ ਕਰਨ ਦਾ ਨਾ ਸੋਚਣਾ ਪਵੇ। ਓਕੇ, ਤਾਂ ਥਰਡ ਪਲਾਨ ਦੇ ਵਿੱਚ ਅਸੀਂ ਬੱਚੇ, ਫੋਰਥ ਪਲਾਨ ਦੇ ਵਿੱਚ ਅਸੀਂ ਗੱਲ ਕਰੀ ਕਿ ਕੀਮਤ ਦੀ ਸਥਿਰਤਾ ਰਹੇ, ਚੀਜ਼ਾਂ ਦੀ ਕੀਮਤਾਂ ਵਧਣ ਲੱਗ ਗਈਆਂ। ਦੇਖੋ ਬੱਚੇ, ਪੋਪੂਲੇਸ਼ਨ ਵੀ ਵਧ ਰਹੀ ਸੀ, ਕੀਮਤਾਂ ਵੀ ਵਧ ਰਹੀਆਂ ਸੀ, ਔਰ ਅੱਜ ਵੀ ਪੋਪੂਲੇਸ਼ਨ ਵਧ ਰਹੀ ਹੈ, ਕੀਮਤਾਂ ਵੀ ਵਧ ਰਹੀਆਂ, ਤਾਂ ਕੀਮਤ ਦੀ ਸਥਿਰਤਾ ਔਰ ਮੈਨ ਪਾਵਰ ਨੂੰ ਫੁੱਲੀ ਯੂਟੀਲਾਈਜ਼ ਕਰ ਲੈਣਾ, ਇਹ ਫੋਰਥ ਪਲਾਨ ਦਾ ਫੋਕਸ ਸੀਗਾ। ਫੋਰਥ ਪਲਾਨ ਇਸ ਚੀਜ਼ 'ਤੇ ਪੂਰਾ ਜ਼ੋਰ ਲਗਾ ਰਿਹਾ ਸੀਗਾ। ਓਕੇ ਬੱਚੇ, ਫਿਫਥ ਅਤੇ ਸਿਕਸਥ ਪਲਾਨ ਸੀ ਜਿਹੜੇ, ਉਹਦੇ ਵਿੱਚ ਗਰੀਬੀ ਨੂੰ ਜੜੋਂ ਪੁੱਟਣ ਦੀ ਸਹੁੰ ਖਾਈ ਸੀ ਅਸੀਂ, ਕੋਸ਼ਿਸ਼ ਕੀਤੀ ਸੀ, ਜਾਂ ਮੇਨ ਮੁੱਦਾ ਰੱਖਿਆ ਸੀ, ਮੇਨ ਉਦੇਸ਼ ਰੱਖਿਆ ਸੀ ਪੰਜਵੇਂ ਅਤੇ ਛੇਵੇਂ ਪਲਾਨ 'ਚ। ਔਰ ਜਦ ਕਿ ਸੈਵਨਥ ਪਲਾਨ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਰੁਜ਼ਗਾਰ ਦੇ ਨਵੇਂ ਅਵਸਰ ਪੈਦਾ ਕੀਤੇ ਜਾਣ, ਰੁਜ਼ਗਾਰ ਵਧਾਇਆ ਜਾਵੇ, ਰੁਜ਼ਗਾਰ ਦੀ ਓਪਰਚੁਨਿਟੀਜ਼ ਦਿੱਤੀਆਂ ਜਾਣ। ਬਹੁਤ ਜ਼ੋਰ ਲੱਗਾ ਹੈ ਸਾਡਾ ਸੈਵਨਥ ਪਲਾਨ ਦੇ ਵਿੱਚ, ਬਹੁਤ ਜ਼ਿਆਦਾ। ਏਟਥ ਪਲਾਨ ਦੇ ਵਿੱਚ ਸਰ ਕੀ ਸੀ? ਏਟਥ ਪਲਾਨ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਕਿ ਰੁਜ਼ਗਾਰ ਫੁੱਲ ਇੰਪਲੋਇਮੈਂਟ ਤੱਕ ਪਹੁੰਚੂ, ਪੂਰਨ ਰੁਜ਼ਗਾਰ ਦੀ ਅਵਸਥਾ ਨੂੰ ਅਸੀਂ ਪ੍ਰਾਪਤ ਕਰ ਲਿਆ ਜਾਵੇ, ਇਹ ਕੋਸ਼ਿਸ਼ ਸੀ ਸਾਡੀ। ਨਾਲ ਹੀ ਸਾਡੀ ਕੋਸ਼ਿਸ਼ ਸੀ 8ਵੇਂ ਪਲਾਨ 'ਚ ਰੁਜ਼ਗਾਰ ਸਭ ਨੂੰ ਮਿਲੇ, ਔਰ ਐਜੂਕੇਸ਼ਨ ਸਭ ਨੂੰ ਮਿਲਣੀ ਚਾਹੀਦੀ ਹੈ, ਸਭ ਦਾ ਹੱਕ ਹੈ ਐਜੂਕੇਸ਼ਨ ਦਾ ਯੂਨੀਵਰਸਲਾਈਜੇਸ਼ਨ ਕਰਨਾ, ਵੈਸ਼ਵੀਕਰਨ ਕਰਨਾ। ਕੋਈ ਵੀ ਕਿਤੇ ਵੀ ਜਾ ਕੇ ਪੜ੍ਹ ਸਕਦਾ, ਆ ਕੇ ਪੜ੍ਹ ਸਕਦਾ ਹੈ, ਬਾਹਰੋਂ ਆ ਕੇ ਪੜ੍ਹ ਸਕਦਾ ਹੈ, ਇੰਡੀਆ ਤੋਂ ਬਾਹਰ ਜਾ ਕੇ ਪੜ੍ਹ ਸਕਦਾ ਹੈ, ਯੂਨੀਵਰਸਲਾਈਜੇਸ਼ਨ ਐਜੂਕੇਸ਼ਨ ਦਾ। ਓਕੇ, ਤਾਂ ਬੱਚੇ 9th ਪਲਾਨ ਦੇ ਵਿੱਚ ਅਸੀਂ ਫਿਰ ਵਿਕਾਸ 'ਤੇ ਜ਼ੋਰ ਪਾਇਆ। ਓਕੇ, ਡਾਟਾ ਹੈ ਬੱਚੇ, ਦੇਖੋ, ਕੀਮਤ ਦੀ ਸਥਿਰਤਾ 'ਤੇ ਜ਼ੋਰ ਪਾਇਆ, ਜੌਬ ਕ੍ਰੀਏਸ਼ਨ 'ਤੇ ਜ਼ੋਰ ਪਾਇਆ ਕਿ ਜੌਬਸ ਨਵੀਂ ਜੌਬਸ ਕ੍ਰੀਏਟ ਹੋ ਜਾਣ। ਓਕੇ, ਔਰ ਐਨਵਾਇਰਨਮੈਂਟ ਦੀ ਪ੍ਰੋਟੈਕਸ਼ਨ ਹੋ ਸਕੇ, ਸਸਟੇਨੇਬਿਲਿਟੀ। ਸਰ ਸਸਟੇਨੇਬਿਲਿਟੀ ਕੀ ਹੈ? ਬੜਾ ਅਸੀਂ ਸੁਣਿਆ। 9th ਪਲਾਨ 'ਚ ਅਸੀਂ ਇਨਵਾਇਰਨਮੈਂਟ ਦੀ ਸਸਟੇਨੇਬਿਲਿਟੀ 'ਤੇ ਜ਼ੋਰ ਪਾਇਆ। ਸਸਟੇਨੇਬਿਲਿਟੀ ਦਾ ਮਤਲਬ ਹੁੰਦਾ ਬੱਚੇ ਚਿਰਸਥਾਈ। ਸਰ ਹੁਣ ਇਹ ਕੀ ਚੀਜ਼ ਹੈ? ਮਤਲਬ ਕਿਸੇ ਵੀ ਚੀਜ਼ ਦਾ ਬਹੁਤ ਲੰਬੇ ਸਮੇਂ ਤੱਕ ਰਹਿਣਾ ਔਰ ਉਹਨੂੰ ਯੂਜ਼ ਵੀ ਕਰ ਲੈਣਾ, ਔਰ ਬਹੁਤ ਲੰਬੇ ਸਮੇਂ ਤੱਕ ਰਹਿਣਾ। ਅੱਜ ਅਸੀਂ ਜੇ ਬਹੁਤ ਬੜੀ ਇੰਡਸਟਰੀ ਲਗਾਉਂਦੇ ਹਾਂ, ਪੋਲਿਊਸ਼ਨ ਕਰਦੇ ਹਾਂ, ਤਾਂ ਆਉਣ ਵਾਲੀ ਪੀੜ੍ਹੀ ਦਾ ਕੀ ਬਣੂਗਾ? ਔਰ ਆਉਣ ਵਾਲੇ ਟਾਈਮ ਦੇ ਵਿੱਚ ਪੈਟਰੋਲ ਡੀਜ਼ਲ ਬਚੂਗਾ, ਨਹੀਂ ਬਚੂਗਾ, ਕਿੰਨਾ ਕੁ ਬਚੂਗਾ? ਔਰ ਜ਼ਮੀਨ ਚੰਗੀ ਵਾਲੀ ਉਪਜਾਊ ਕਿੰਨੀ ਕੁ ਬਚੂਗੀ?
ਸਰ ਘੱਟ ਬਚੂਗੀ। ਤਾਂ ਇਹ ਅੱਛਾ ਵਿਕਾਸ ਨਹੀਂ ਹੈਗਾ, ਇਹ ਲੰਬੇ ਸਮੇਂ ਦਾ ਵਿਕਾਸ ਨਹੀਂ ਹੈ। ਅਸੀਂ ਲੰਬੇ ਸਮੇਂ 'ਚ ਖਤਮ ਹੋ ਜਾਵਾਂਗੇ, ਧਰਤੀ ਖਰਾਬ ਕਰ ਦਾਂਗੇ, ਫਿਰ ਅਸੀਂ ਦੂਸਰੇ ਗ੍ਰਹਿਆਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਾਂਗੇ, ਲੱਭਾਂਗੇ, ਫਿਰ ਉਹਨੂੰ ਗੰਦਾ ਕਰਾਂਗੇ। ਇਸੇ ਬਜਾਏ ਐਸਾ ਵਿਕਾਸ ਕਰੋ ਕਿ ਧਰਤੀ ਵੀ ਖਰਾਬ ਨਾ ਹੋਵੇ, ਪੋਲਿਊਸ਼ਨ ਨਾ ਹੋਵੇ, ਇਨਵਾਇਰਨਮੈਂਟ ਨਾ ਖਰਾਬ ਹੋਵੇ, ਸੰਸਾਧਨ ਵੀ ਖਤਮ ਨਾ ਹੋਣ, ਚੀਜ਼ਾਂ ਵੀ ਪਈਆਂ ਰਹਿਣ, ਔਰ ਸਾਡੀ ਆਉਣ ਵਾਲੀ ਪੀੜ੍ਹੀ ਉਸ ਚੀਜ਼ ਨੂੰ ਅੱਛੇ ਤਰੀਕੇ ਨਾਲ ਯੂਜ਼ ਕਰ ਸਕੇ, ਵਰਤ ਸਕੇ। ਤਾਂ ਇਸ ਨੂੰ ਅਸੀਂ ਬੋਲਦੇ ਹਾਂ ਸਸਟੇਨੇਬਲ ਡਿਵੈਲਪਮੈਂਟ ਜਾਂ ਸਸਟੇਨੇਬਿਲਿਟੀ ਆਫ ਐਨਵਾਇਰਨਮੈਂਟ। ਤਾਂ ਇਹ ਪ੍ਰਿੰਸੀਪਲ ਆਬਜੈਕਟਿਵ ਸੀਗਾ 9th ਪਲਾਨ ਦਾ। ਓਕੇ ਸਰ। ਬੱਚੇ 10th ਪਲਾਨ ਦੇ ਵਿੱਚ ਅਸੀਂ ਬੈਟਰ ਕੁਆਲਿਟੀ ਆਫ ਲਾਈਫ ਬਾਰੇ ਸੋਚਿਆ, ਉਦੇਸ਼ ਬਣਾਇਆ। ਹਾਂ, ਇਹ ਉਦੇਸ਼ ਕਿੰਨੇ ਅਚੀਵ ਹੋਏ ਕਿੰਨੇ ਨਹੀਂ, ਉਸ ਗੱਲ 'ਤੇ ਨਹੀਂ ਜਾਵਾਂਗੇ, ਲੇਕਿਨ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਪਲਾਨਸ ਦੇ ਵਿੱਚ ਟਾਰਗੇਟ ਕੀ ਸੀਗੇ, ਓਬਜੈਕਟਿਵਸ ਕੀ ਸੀ। ਅੱਜ ਮੈਂ ਨਹੀਂ ਮੰਨਦਾ ਹੈਗਾ ਕਿ ਇੰਡੀਆ ਦੇ ਵਿੱਚ ਹਾਈ ਸਟੈਂਡਰਡ ਆਫ ਲਿਵਿੰਗ ਹੈ ਜਾਂ ਬੈਟਰ ਕੁਆਲਿਟੀ ਆਫ ਲਾਈਫ ਹੈ, ਨਹੀਂ। ਹਾਂ, ਜਿਸ ਕੋਲ ਪੈਸਾ ਉਸ ਕੋਲ ਹੈ। ਸਰ ਪੋਪੂਲੇਸ਼ਨ ਵੱਧ ਗਈ ਹੁਣ ਇੰਨੀ, ਉਹਦੇ ਵਿੱਚ ਹੁਣ ਸਰਕਾਰ ਵੀ ਕੀ ਕਰੇ। ਚਲੋ ਮੈਂ ਮੰਨਦਾ ਤੁਹਾਡੀ ਗੱਲ, ਸਰਕਾਰ ਕੀ ਕਰੇ, ਪੋਪੂਲੇਸ਼ਨ ਨੂੰ ਕੰਟਰੋਲ ਕਰਨ ਬਾਰੇ ਇੰਨੀ ਦੇਰ ਦੇ ਸੋਚਦੇ ਹਾਂ, ਲੇਕਿਨ ਗਰਾਊਂਡ ਲੈਵਲ 'ਤੇ ਕੀ ਹੁੰਦਾ, ਕੁਛ ਵੀ ਨਹੀਂ। ਹੁਣ ਵੀ ਰੂਲਸ ਬਣਨਗੇ, ਨਿਯਮ ਬਣਨਗੇ, ਲਾਅ ਬਣਨਗੇ, ਫੋਲੋ ਕੌਣ ਕਰੂਗਾ, ਕਿਸ ਹੱਦ ਤੱਕ ਫੋਲੋ ਕਰੂਗਾ। ਚਾਈਨਾ ਦੇ ਵਿੱਚ ਬੱਚੇ ਜਦੋਂ ਰੂਲ ਬਣਿਆ ਸੀ, ਉਸ ਤੋਂ ਬਾਅਦ ਟਵਿਨਸ ਹੋਣਾ ਸ਼ੁਰੂ ਹੋ ਗਏ। ਗਵਰਨਮੈਂਟ ਇੱਥੇ ਵੀ ਇਹੀ ਰੂਲ ਕਰੂਗੀ। ਇੱਕ ਬੱਚਾ ਹੋਣ ਤੋਂ ਬਾਅਦ ਜੇ ਨੈਕਸਟ ਤੁਹਾਡੇ ਟਵਿਨਸ ਹੋ ਜਾਣ, 2 ਬੱਚੇ ਇਕੱਠੇ ਹੋ ਜਾਣ, ਤਾਂ 3 ਬੱਚੇ ਫੇਲ ਹੋ ਗਏ। ਤਾਂ ਹੁਣ ਤੁਸੀਂ ਖੁਦ ਹੀ ਸਮਝਦਾਰ ਹੋ ਵੀ ਜਿਸ ਬੰਦੇ ਕੋਲ ਜ਼ਿਆਦਾ ਪੈਸਾ ਹੈ ਉਹ ਪੋਪੂਲੇਸ਼ਨ ਵਧਾਉਣ ਦੇ ਵਿੱਚ ਕਾਫੀ ਯੋਗਦਾਨ ਪਾਊਗਾ, ਔਰ ਪਾ ਵੀ ਰਿਹਾ। ਹੁਣ ਤਾਂ ਬਿਨਾਂ ਪੈਸੇ ਵਾਲੇ ਵੀ ਯੋਗਦਾਨ ਪਾ ਰਹੇ ਨੇ ਪੋਪੂਲੇਸ਼ਨ ਵਧਾਉਣ ਦੇ ਵਿੱਚ। ਬੜਾ ਇੰਡੀਆ ਦੇ ਵਿੱਚ ਕੁਆਲਿਟੀ ਆਫ ਲਾਈਫ, ਸਟੈਂਡਰਡ ਆਫ ਲਿਵਿੰਗ ਜਾਂ ਬੈਟਰ ਕੁਆਲਿਟੀ ਆਫ ਲਾਈਫ ਇੰਨੀ ਆਪਾਂ ਅਚੀਵ, ਮਤਲਬ ਮੇਰੇ ਹਿਸਾਬ ਨਾਲ ਤਾਂ ਅਚੀਵ ਨਹੀਂ ਕਰ ਪਾਏ। ਆਪਣੀ ਖਾਣ ਪੀਣ ਦੀ ਚੀਜ਼ਾਂ 'ਚ ਮਿਲਾਵਟ ਹੈ, ਆਲੇ ਦੁਆਲੇ ਹਰ ਇੱਕ ਚੀਜ਼ 'ਚ ਮੇਰੇ ਹਿਸਾਬ ਨਾਲ ਤਾਂ ਪੋਲਿਊਸ਼ਨ, ਮਿਲਾਵਟ, ਬਲੈਂਡਰ, ਅਡਲਟ੍ਰੇਸ਼ਨ ਹਰ ਚੀਜ਼ 'ਚ। ਮਿਲਕ ਨਹੀਂ ਅੱਛਾ ਮਿਲਦਾ, ਔਰ ਇੰਡੀਆ ਗਊਆਂ ਦਾ ਦੇਸ਼ ਹੈ ਜਿੱਥੇ ਗਊ ਨੂੰ ਜਾਂ ਜਾਨਵਰਾਂ ਨੂੰ ਪੂਜਿਆ ਜਾਂਦਾ ਹੈ। ਅੱਛਾ ਮਿਲਕ ਨਹੀਂ ਮਿਲਦਾ, ਔਰ ਮਿਲਕ ਵੀ ਨਕਲੀ। 11th ਪਲਾਨ ਦੇ ਵਿੱਚ ਅਸੀਂ ਬੱਚੇ ਫੇਰ ਜ਼ੋਰ ਪਾਇਆ ਗਰੀਬੀ ਨੂੰ ਹਟਾਉਣ ਲਈ, ਪੋਵਰਟੀ ਰਿਡਕਸ਼ਨ ਲਈ। ਪੋਵਰਟੀ ਰਿਡਕਸ਼ਨ, ਗਰੀਬੀ ਨੂੰ ਖਤਮ ਕਰਨ ਲਈ, ਜੌਬ ਦੀ ਕ੍ਰੀਏਸ਼ਨ ਕਰਨ ਲਈ ਕਿ ਜੌਬਸ ਨਵੇਂ ਬਣ ਜਾਣ, ਜੌਬਸ ਕ੍ਰੀਏਸ਼ਨ, ਨਵੇਂ ਜੌਬਸ ਬਣਨ, ਐਨਵਾਇਰਨਮੈਂਟ ਦੀ ਪ੍ਰੋਟੈਕਸ਼ਨ ਲਈ। ਇਹ ਪੂਰਾ ਫੋਕਸ ਜਿਹੜਾ ਇਹ 3 ਟੌਪਿਕਸ ਸੀ 11th ਪਲਾਨ 'ਚ ਸੀ। ਔਰ 12th ਪਲਾਨ 'ਚ ਫੇਰ ਅਸੀਂ ਬੱਚੇ ਇਨਕਲੂਸਿਵ ਗਰੋਥ, ਜਿਹਦੇ ਵਿੱਚ ਹਰ ਇੱਕ ਇਨਸਾਨ ਦੀ ਗਰੋਥ ਦਾ ਪ੍ਰਣ ਲਿਆ ਗਿਆ। ਹਰ ਇੱਕ ਇਨਸਾਨ ਮਤਲਬ ਹਰ ਇੱਕ ਧਰਮ, ਜਾਤੀ, ਕੋਈ ਵੀ ਰੰਗ ਰੂਪ ਦਾ, ਜੈਂਡਰ ਦਾ ਭੇਦਭਾਵ ਨਹੀਂ ਕਰਨਾ। ਲੇਡੀਜ਼ ਜੈਂਟ ਸਭ ਬਰਾਬਰ, ਸਭ ਦਾ ਗਰੋਥ, ਸਭ ਦਾ ਵਿਕਾਸ, ਇਨਕਲੂਸਿਵ ਗਰੋਥ। ਔਰ 12th ਪਲਾਨ ਸਸਟੇਨੇਬਲ ਗਰੋਥ, ਮਤਲਬ ਚਿਰਸਥਾਈ ਵਿਕਾਸ, ਲੰਬੇ ਸਮੇਂ ਦਾ ਵਿਕਾਸ, ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚੇ ਪਲਾਨ ਬਣਾਇਆ ਸੀਗਾ। ਔਰ 13ਵਾਂ ਪਲਾਨ, ਆਈ ਥਿੰਕ ਇਸ ਵਕਤ 13ਵਾਂ ਪਲਾਨ ਹੀ ਚੱਲ ਰਿਹਾ ਹੋਊਗਾ, ਹਾਂ, ਡਿਫੈਂਸ ਪਲਾਨ, ਜਿਹਦੇ ਵਿੱਚ ਸੁਰੱਖਿਆ ਬਜਟ ਬਣਾਇਆ, ਜਿਹਦੇ ਵਿੱਚ 26 ਲੱਖ ਕਰੋੜ ਰੁਪਈਆ ਜਿਹੜਾ ਹੈਗਾ ਉਹ ਡਿਫੈਂਸ 'ਤੇ ਖਰਚਿਆ ਗਿਆ, ਸੁਰੱਖਿਆ ਦੇ ਕੰਮਾਂ 'ਚ ਖਰਚਿਆ ਗਿਆ। ਡਿਫੈਂਸ ਦੀ ਪੈਨਸ਼ਨ ਦਾ ਨਹੀਂ ਹੈਗਾ ਇਹ, ਡਿਫੈਂਸ ਦੀ ਪੈਨਸ਼ਨ ਤੋਂ ਇਲਾਵਾ ਹੈ। ਇਹਦੇ ਵਿੱਚੋਂ ਲਗਭਗ ਅੱਧੇ ਪੈਸੇ ਕੈਪੀਟਲ ਐਕਸਪੈਂਡੀਚਰ ਲਈ ਖਰਚੇ ਗਏ, ਜਿਹਦੇ ਵਿੱਚ ਟੈਂਕ ਨਵੇਂ ਡਿਫੈਂਸ ਵਗੈਰਾ ਦੇ ਜਾਂ ਕੁਛ ਹਥਿਆਰ ਵਗੈਰਾ ਖਰੀਦਣ ਲਈ ਖਰਚਿਆ ਗਿਆ। ਔਰ ਬਾਕੀ ਪੈਸਾ ਜਿਹੜਾ ਹੈਗਾ ਉਹ ਰੈਵਨਿਊ ਐਕਸਪੈਂਡੀਚਰ ਕਰੇਗਾ। 26.5 ਲੱਖ ਕਰੋੜ ਕੋਈ ਛੋਟੀ ਮੋਟੀ ਅਮਾਊਂਟ ਨਹੀਂ ਹੈਗੀ, 26.5 ਲੱਖ ਫਿਰ ਕਰੋੜ। ਇਹ ਸਾਡੇ 13ਵੇਂ ਪਲਾਨ ਦਾ ਆਬਜੈਕਟਿਵ ਸੀਗਾ ਬੱਚੇ। ਤਾਂ ਆਈ ਹੋਪ ਤੁਹਾਨੂੰ ਇਹ ਸਾਰੇ ਪਲਾਨਸ ਵਗੈਰਾ ਬਹੁਤ ਵਧੀਆ ਸਮਝ ਲੱਗੇ ਹੋਣਗੇ, ਜਾਂ ਤੁਸੀਂ ਪੜ੍ਹਿਆ ਹੋਊਗਾ ਇਹਨਾਂ ਨੂੰ, ਸਿਸਟਮ ਨੂੰ ਸਿੱਖਿਆ ਹੋਊਗਾ ਧਿਆਨ ਨਾਲ। ਜੋ ਵੀ ਮੇਰੇ ਤੋਂ ਬੱਚੇ ਵੀਡੀਓਜ਼ ਵਗੈਰਾ 'ਚ ਸੁਣਦੇ ਹੋ, ਘਰ ਜਾ ਕੇ ਸੈਲਫ ਸਟੱਡੀ ਬੁੱਕ ਦੇ ਵਿੱਚ ਇੱਕ ਵਾਰੀ ਰੀਡ ਕਰਨਾ ਹੈ ਤੁਸੀਂ। ਤੁਹਾਡੀ ਸੈਂਟੈਂਸ ਬਿਲਡ ਕੁਆਲਿਟੀ ਹਾਈਕ ਹੋਏਗੀ ਇਸ ਨਾਲ। ਇਸ ਤੋਂ ਬਾਅਦ ਅਸੀਂ ਪੜ੍ਹਾਂਗੇ ਬੱਚੇ ਵੀ 1991 ਤੱਕ ਇਕਨੋਮਿਕ ਪੋਲਿਸੀ ਕਿਸ ਤਰ੍ਹਾਂ ਸੀ ਸਾਡੀ, ਜਾਂ ਕਿਸ ਤਰ੍ਹਾਂ ਫੋਲੋ ਕਰਿਆ। ਫਿਰ ਸਾਡੀ ਪਲੈਨਿੰਗ ਦਾ ਕਿੰਨਾ ਸਕਸੈਸ ਹੈ, ਕਾਫੀ ਲੋ ਸਕਸੈਸ ਰੇਟ ਹੈ। ਇੰਡੀਆ 'ਚ ਪਲੈਨਿੰਗ ਦੀ ਫੇਲੀਅਰਸ ਕੀ ਨੇ? ਮੇਰੇ ਹਿਸਾਬ ਨਾਲ ਤਾਂ ਬੱਚੇ ਅਸੀਂ ਪਲਾਨ ਬਣਾਏ ਲੇਕਿਨ ਗਰਾਊਂਡ ਲੈਵਲ 'ਤੇ ਉਹ ਅਚੀਵ ਨਹੀਂ ਕਰ ਸਕੇ, ਔਰ ਫੇਲੀਅਰਸ ਬਹੁਤ ਹੈ ਆਪਣੀ ਪਲੈਨਿੰਗ ਦੇ। ਤਾਂ ਨੈਕਸਟ ਵੀਡੀਓ ਤੱਕ ਲਈ ਬਹੁਤ ਬਹੁਤ ਨਮਸਕਾਰ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਸੁਣਿਆ। ਜੈ ਹਿੰਦ।